ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਅਨਾਥ ਨਾਥ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਯਾਤਰਾ ਦਰਸ਼ਨ ਦੀਦਾਰ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਨੇ ਮਿਹਰਾਮਤ ਕੀਤੀ ਹੈ ਜੋ ਆਪਣੇ ਪਾਵਨ ਸਥਾਨਾਂ ਦੇ ਦਰਸ਼ਨ ਬਖਸ਼ੇ ਹਨ ਸਾਨੂੰ। ਆਓ ਅੰਮ੍ਰਿਤਮਈ ਬਾਣੀ ਦੇ ਜਿਵੇਂ ਆਪਾਂ ਕੀਰਤਨ ਸਰਵਣ ਕੀਤੇ ਨੇ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਲੜੀਵਾਰ ਉਪਦੇਸ਼ ਸਰਵਣ ਕਰਨ ਹਿਤ ਹਾਜ਼ਰੀ ਭਰੀਏ, ਇਕਾਗਰਤਾ ਬਖਸ਼ੋ। ਸਾਰੀ ਹੀ ਸੰਗਤ ਰਸਨਾ ਕਰੋ ਪਵਿੱਤਰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਮਹਲਾ ਪੰਜਵਾ। ਦਿਨ ਰੈਣ ਏਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 136 ਦੇ ਉੱਤੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੁਭਾਏਮਾਨ ਹੈ। 36 ਤੋਂ ਆਰੰਭ ਹੋ ਕੇ 37 ਤੇ ਸੰਪੂਰਨਤਾ ਹੁੰਦੀ ਹੈ। ਜਿਵੇਂ 12 ਮਹਾਬਾਣੀ 12 ਮਹੀਨਿਆਂ ਦਾ ਨਾਮ ਲੈ ਕੇ ਉਚਾਰਨ ਕੀਤੀ ਤੇ ਉਪਦੇਸ਼ ਪਰਮੇਸ਼ਰ ਜੀ ਭਜਨ ਬੰਦਗੀ ਦਾ ਦਿੱਤਾ ਮਹਾਰਾਜ ਸਾਹਿਬ ਨੇ, ਇਸੇ ਤਰ੍ਹਾਂ ਹੀ ਸਤਿਗੁਰੂ ਜੀ ਦਿਨ ਰੈਣ ਨਾਮ ਦੀ ਬਾਣੀ ਉਚਾਰ ਕੇ ਰਾਤ ਦੇ ਦਿਨ ਦੇ ਵਿੱਚ ਕਰਮ ਕਿਹੜੇ ਕਰਨੇ ਯੋਗ ਹਨ ਉਹ ਉਪਦੇਸ਼ ਦਿੰਦੇ ਹਨ। ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਜਿਵੇਂ ਮਹੀਨਿਆਂ ਦਾ ਉਪਦੇਸ਼ ਤੁਸੀਂ ਕਿਹਾ ਹੈ, ਆਪ ਕਿਰਪਾ ਕਰਕੇ ਦੱਸੋ ਵੀ ਦਿਨ ਤੇ ਰਾਤ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਮਹਾਰਾਜ ਜੀ ਦਿਨ ਰਾਤ ਅੱਠੇ ਪੈਰ ਸਦਾ ਭਜਨ ਬੰਦਗੀ ਦਾ ਉਪਦੇਸ਼ ਦਿੰਦੇ ਨੇ ਇਸ ਪਵਿੱਤਰ ਬਾਣੀ ਦੇ ਅੰਦਰ। ਇਹ ਬਾਣੀ ਦੇ ਅੰਦਰ ਐਸਾ ਗਿਆਨ ਹੈ ਵੀ ਜਿਨ੍ਹਾਂ ਨੂੰ ਰੈਣ ਰਾਤ ਪਈ ਹੋਈ ਹੈ ਅਵਿਦਿਆ ਦੀ, ਉਹਨਾਂ ਨੂੰ ਗਿਆਨ ਦਾ ਦਿਨ ਚਾੜਨ ਵਾਲੀ ਬਾਣੀ ਹੈ। ਜਿਵੇਂ ਹਨੇਰੇ ਤੋਂ ਬਾਅਦ ਚਾਨਣ ਹੁੰਦਾ ਏ, ਇਹ ਦਿਨ ਰੈਣ ਬਾਣੀ ਜੋ ਹੈ ਅਗਿਆਨਤਾ ਦੀ ਰਾਤ ਤੋਂ ਗਿਆਨ ਰੂਪੀ ਦਿਨ ਚਾੜ ਦਿੰਦੀ ਹੈ। ਐਸੇ ਦਿਨ ਰੈਣ ਇਹ ਬਾਣੀ ਦਾ ਸਿਰਲੇਖ ਹੈ। ਜਿਵੇਂ 12 ਮਹਾ ਸੁਖਮਨੀ ਸਾਹਿਬ ਬਾਣੀ ਦੇ ਨਾਮ ਨੇ, ਇਸ ਬਾਣੀ ਦਾ ਨਾਮ ਹੀ ਦਿਨ ਤੇ ਰੈਣ ਰੱਖਿਆ ਮਹਾਰਾਜ ਸਾਹਿਬ ਜੀ ਨੇ। ਦਿਨ ਰੈਣ ਕਈਆਂ ਨੇ ਇੱਕ ਚਾਲ ਵੀ ਮੰਨੀ ਹੈ ਵੀ ਇੱਕ ਚਾਲ ਹੀ ਹੈ। ਸੋ ਗੁਰੂ ਗਰੀਬ ਨਿਵਾਜ ਸਾਹਿਬ ਜੀ ਇਹ ਪਵਿੱਤਰ ਗੁਰਬਾਣੀ ਰਾਤ ਦਿਨ ਨੂੰ ਸਫਲਿਆਂ ਕਰਨ ਵਾਲੀ ਉਚਾਰਨ ਕਰਦੇ ਹਨ। ਮਾਝ ਮਹੱਲਾ ਪੰਜਵਾ। ਮਾਝ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਇਹ ਪਵਿੱਤਰ ਬਾਣੀ ਪ੍ਰਗਟ ਹੋਈ ਹੈ। ਦਿਨ ਰੈਣ ਇਸ ਬਾਣੀ ਦਾ ਨਾਮ ਹੈ। ਵਾਹਿਗੁਰੂ ਏਕ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਮੰਗਲ ਕਰਦੇ ਹਨ। ਸਤ ਤਰਈ ਕਾਲ ਆਬਾਦ ਹੈ, ਭੂਤ ਭਵਿੱਖ ਵਰਤਮਾਨ ਕਿਸੇ ਸਮੇਂ 'ਚ ਵੀ ਨਾਸ ਨਹੀਂ ਹੁੰਦਾ। ਗੁਰ ਚੇਤਨ ਹੈ,
ਸਾਨੂੰ ਵੀ ਚੇਤਨਤਾ ਦਿੰਦਾ ਹੈ। ਅਸੀਂ ਜੜ੍ਹਾਂ ਸਾਰੇ ਉਹ ਚੇਤਨ ਹੈ। ਪ੍ਰਸਾਦ ਆਨੰਦ ਸਰੂਪ ਹੈ। ਜਗਤ ਦੁੱਖ ਦਾ ਹੀ ਸਾਧ ਸੰਗਤ ਕਰੂਪ ਹੈ, ਪਰ ਉਹ ਮਾਲਕ ਸਦਾ ਆਨੰਦ ਸਰੂਪ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਵੀ ਉਹ ਇੱਕ ਓਂਕਾਰ ਵਾਹਿਗੁਰੂ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਪਾਤਸ਼ਾਹ ਜੀ ਕਹਿੰਦੇ ਵੀ ਆਪਣੇ ਤਾਂ ਸਤਿਗੁਰੂ ਸਾਹਿਬ ਹੀ ਹਨ। ਹੋਰ ਆਪਾਂ ਆਪਣਾ ਸਮਝਦੇ ਤਾਂ ਕਈਆਂ ਨੂੰ, ਪਰ ਆਪਣੇ ਸਤਿਗੁਰੂ ਜੀ ਨੇ। ਤੇ ਆਪਣੇ ਜਾਣ ਕੇ ਸਤਿਗੁਰੂ ਸਾਹਿਬ ਦੀ ਕਹਿੰਦੇ ਵੀ ਸੇਵੀ ਸੇਵਾ ਕਰੀਏ। ਜਾਂ ਜਗਿਆਸੂ ਇੱਦਾਂ ਬੇਨਤੀ ਕਰਦਾ ਹੈ, ਜਗਿਆਸੂ ਰੂਪੀ ਇਸਤਰੀ, ਵੀ ਮੈਂ ਆਪਣੇ ਸਤਿਗੁਰਾਂ ਦੀ ਸੇਵਾ ਕਰਾਂ, ਮੈਂ ਸੇਵਾ। ਪਰ ਭਾਵ 'ਚ ਉਪਦੇਸ਼ ਹੀ ਦੇ ਰਹੇ ਨੇ ਸਾਨੂੰ ਮਹਾਰਾਜ। ਕਹਿੰਦੇ ਵੀ ਸੇਵੀ ਸਤਿਗੁਰ ਆਪਣਾ, ਹੈ ਗੁਰਸਿੱਖੋ ਆਪਣਾ ਜੋ ਰੂਪ ਗੁਰੂ ਨਾਨਕ ਦੇਵ ਸਾਹਿਬ ਨੂੰ ਜਾਣ ਕੇ, ਆਪਣਾ ਸਤਿਗੁਰੂ ਜਾਣ ਕੇ ਉਹਨਾਂ ਦੀ ਸੇਵਾ ਕਰੇ। ਜੋੜੇ ਝਾੜੇ, ਲੰਗਰ ਵਰਤਾਵੇ, ਲੰਗਰ ਪਕਾਵੇ, ਸੁਖ ਆਸਨ ਦੀ ਸੇਵਾ ਕਰੇ, ਰਮਾਲੇ ਸਾਹਿਬ ਦੀ ਸੇਵਾ ਕਰੇ, ਚੌਰ ਸਾਹਿਬ ਕਰੇ, ਲੋੜਵੰਦਾਂ ਦੀ ਮਦਦ ਕਰੇ, ਸਤਿਗੁਰੂ ਮਹਾਰਾਜ ਦੇ ਦਰਬਾਰ ਦੀ ਸਫਾਈ ਕਰੇ। ਸੋ ਇਹ ਤੇ ਆਦਿਕ ਸੇਵਾ ਕਰੇ ਆਪਣਾ ਜਾਣ ਕੇ ਸਤਿਗੁਰਾਂ ਦੀ। ਵੀ ਸਾਡੇ ਤਾਂ ਆਪਣੇ ਸਤਿਗੁਰੂ ਸਾਹਿਬ ਹੀ ਨੇ। ਜਿਹਨੂੰ ਆਪਣਾ ਜਾਣੀਏ ਬੰਦਾ ਉਹਦੇ ਅੱਗੇ ਪਿੱਛੇ ਘੁੰਮਦਾ ਹੈ ਵੀ ਇਹ ਮੇਰਾ ਆਪਣਾ ਹੈ। ਸਾਹਿਬ ਕਹਿੰਦੇ ਸਾਡੇ ਆਪਣੇ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਨਾਨਕ ਦੇਵ ਸਾਹਿਬ ਹਨ। ਤੇ ਪੂਰਨ ਸਤਿਗੁਰਾਂ ਦੀ ਸੇਵਾ ਭਾਵਨਾ ਦੇ ਨਾਲ ਕਰਨੀ ਚਾਹੀਦੀ ਹੈ। ਸੇਵਾ ਕਰਦੇ ਰਹੇ, ਸੇਵਨ ਕਰਨਾ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦਾ ਰਹੇ। ਤੇ ਸਭ ਦਿਨਾਂ ਦੇ ਵਿੱਚ ਜਿੰਨੇ ਵੀ ਦਿਨ ਆਉਣ ਜ਼ਿੰਦਗੀ 'ਚ, ਤੇ ਸਭ ਰਹਿਣ ਰਾਤਾਂ ਦੇ ਵਿੱਚ, ਜਿੰਨੀਆਂ ਵੀ ਸਾਡੇ ਸਾਹਾਂ ਦੇ ਵਿੱਚ ਰਾਤਾਂ ਆਉਣ, ਸਭ ਦਿਨਾਂ ਦੇ ਵਿੱਚ, ਸਭ ਰਾਤਾਂ ਦੇ ਵਿੱਚ ਹਰ ਸਿਮਰੀ ਗੁਰਾਂ ਦੀ ਸੇਵਾ ਕਰਦਿਆਂ ਹੋਇਆਂ ਹਰੀ ਵਾਹਿਗੁਰੂ ਨੂੰ ਸਿਮਰਦੇ ਰਹੀਏ। ਹਰੀ ਪਰਮੇਸ਼ਰ ਦਾ ਸਿਮਰਨ ਨਾ ਛੱਡੀਏ। ਜਦੋਂ ਹਰੀ ਦਾ ਸਿਮਰਨ ਕਰਾਂਗੇ ਨਾ, ਤਾਂ ਜੋ ਅਵਿਦਿਆ ਰੂਪੀ ਰਹਿਣ ਰਾਤ ਹੈ, ਇਸ ਅਵਿਦਿਆ ਰੂਪੀ ਰਹਿਣ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਜਾਵੇਗਾ। ਦਿਨ ਰਾਤ 8 ਪਹਿਰ ਸਿਮਰਨ ਕਰਨਾ ਚਾਹੀਦਾ ਹੈ, ਭਜਨ ਕਰਨਾ ਚਾਹੀਦਾ ਹੈ। ਸਾਧ ਸੰਗਤ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਐਸਾ ਉਪਦੇਸ਼ ਕਿਹਾ ਸੀ ਵੀ 8 ਪਹਿਰ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ ਹੈ। ਭਾਵੇਂ ਕਹਿੰਦੇ ਵੀ ਗਿਆਨ ਵੀ ਕਿਉਂ ਨਾ ਪ੍ਰਾਪਤ ਹੋ ਜਾਵੇ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਭਾਵੇਂ ਬ੍ਰਹਮ ਗਿਆਨੀ ਕਿਉਂ ਨਹੀਂ ਬਣ ਗਏ, ਫੇਰ ਵੀ ਪਰਮੇਸ਼ਰ ਦਾ ਭਜਨ ਨਹੀਂ ਛੱਡਣਾ ਚਾਹੀਦਾ। ਜਿਵੇਂ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਹੋ ਗਏ ਤੇ ਉਹ ਆਪਣੇ ਆਨੰਦ 'ਚ ਹੀ ਮਸਤ ਰਹਿਣ। ਕੁਝ ਕੁ ਦਿਨ ਇਹ ਹਾਲਤ ਰਹੀ, ਆ ਕੇ ਕਈਆਂ ਸ਼ਿਕਾਇਤ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਮਹਾਰਾਜ ਬਾਬਾ ਬੁੱਢਾ ਸਾਹਿਬ ਤਾਂ ਨਾ ਹੁਣ ਬਾਣੀ ਪੜ੍ਹਦੇ, ਨਾ ਨਿਤਨੇਮ ਕਰਦੇ। ਤਾਂ ਮਹਾਰਾਜ ਸਾਹਿਬ ਨੂੰ ਜਦੋਂ ਕਿਹਾ, ਸਤਿਗੁਰੂ ਤਾਂ ਜਾਣਦੇ ਸਨ, ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਵੀ ਸਿੱਖ ਕਹਿੰਦੇ ਤੁਸੀਂ ਹੁਣ ਨਿਤਨੇਮ ਕਰਨੋਂ ਹਟ ਗਏ। ਕਹਿੰਦੇ ਮਹਾਰਾਜ ਹੁਣ ਤਾਂ ਬ੍ਰਹਮ ਗਿਆਨ ਹੋ ਗਿਆ, ਅੰਦਰੋਂ ਲੀਨ ਹੀ ਹੋ ਗਏ ਤੁਹਾਡੇ ਵਿੱਚ, ਹੁਣ ਤਾਂ ਰੋਮ ਰੋਮ ਸਿਮਰਨ ਚੱਲਦਾ ਰਹਿੰਦਾ ਹੈ। ਤਾਂ ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਅਵਸਥਾ ਤੁਹਾਡੀ ਦਾ ਸਾਨੂੰ ਪਤਾ ਹੈ ਨਾ, ਇਹ ਸਾਰੇ ਸਿੱਖਾਂ ਨੂੰ ਥੋੜ੍ਹਾ ਪਤਾ ਹੈ ਵੀ ਤੁਹਾਡੇ ਅੰਦਰ ਆਪੇ ਸਿਮਰਨ ਚੱਲਦਾ। ਇਹ ਤਾਂ ਤੁਹਾਨੂੰ ਆਪਣਾ ਆਦਰਸ਼ ਮੰਨਦੇ, ਤੁਹਾਡੇ ਵੱਲ ਵੇਖਦੇ, ਜੋ ਤੁਸੀਂ ਕਰੋਗੇ ਉੱਦਾਂ ਹੀ ਇਹਨਾਂ ਕਰਨਾ। ਇਸ ਕਰਕੇ ਗੁਰਮਤ ਦੀ ਸਿੱਖੀ ਦੀ ਮਰਿਆਦਾ ਇਹ ਦ੍ਰਿੜ ਕਰਾਈ ਵੀ ਭਾਵੇਂ ਗੁਰਸਿੱਖ ਬਾਣੀ ਪੜ੍ਹ ਕੇ ਸੇਵਾ ਸਿਮਰਨ ਕਰਕੇ ਕਹਿੰਦੇ ਬ੍ਰਹਮ ਗਿਆਨੀ ਵੀ ਕਿਉਂ ਨਾ ਬਣ ਜਾਵੇ, ਪਰ ਫਿਰ ਵੀ ਰਾਤ ਦਿਨ ਸਿਮਰਨ ਤੇ ਸੇਵਾ ਨਾ ਛੱਡੇ। ਸਿਮਰਨ ਸੇਵਾ ਇੱਦਾਂ ਹੀ ਕਰਦਾ ਰਹੇ ਜਿਵੇਂ ਪ੍ਰਾਪਤੀ ਕਰਨ ਦੀ ਭਾਵਨਾ ਨਾਲ ਕਰਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਇੱਕ ਉਦਾਹਰਨ ਦੇ ਕੇ ਸਮਝਾਇਆ 8 ਪਹਿਰ ਸਿਮਰਨ ਦੇ ਬਾਰੇ। ਕਹਿੰਦੇ ਗੁਰਸਿੱਖੋ ਸਿਮਰਨ ਅਸੀਂ ਤਾਂ ਕਹਿੰਦੇ ਹਾਂ ਵੀ ਛੱਡਣਾ ਨਹੀਂ ਚਾਹੀਦਾ। ਕਹਿੰਦੇ ਜਿਵੇਂ ਕੋਈ ਗਰੀਬ ਜਿਹਾ ਸੀ, ਉਹ ਨਾਲੀਆਂ ਦੇ ਵਿੱਚ ਝਾੜੂ ਮਾਰਦਾ, ਨਾਲੀਆਂ ਸਾਫ਼ ਕਰਦਾ, ਗਲੀਆਂ 'ਚ ਝਾੜੂ ਮਾਰਦਾ। ਇੱਕ ਸ਼ਾਹੂਕਾਰ ਰੋਜ਼ ਹੀ ਉੱਥੋਂ ਲੰਘਦਾ, ਉਹਨੂੰ ਵੇਖਦਾ ਸੀ। ਇੱਕ ਦਿਨ ਉਹਦੀ ਸੇਵਾ ਵੇਖ ਕੇ ਖੁਸ਼ ਹੋਇਆ ਵੀ ਵੇਖੋ ਵੀ ਇਹ ਰੋਜ਼ ਹੀ ਝਾੜੂ ਮਾਰ ਕੇ ਰਾਹ ਸਾਫ਼ ਕਰਦਾ। ਉਹਨੇ ਉਹਨੂੰ ਧਨ ਦੀ ਥੈਲੀ ਦੇ ਦਿੱਤੀ ਵੀ ਜਾ ਹੁਣ ਤੂੰ ਸੇਵਾ ਕਰਦੇ, ਬਥੇਰਾ ਕੰਮ ਕਰ ਲਿਆ, ਜਾ ਕੇ ਹੁਣ ਸੁੱਖ ਮਾਣ। ਅਗਲੇ ਦਿਨ ਜਦੋਂ ਸ਼ਾਹੂਕਾਰ ਆਇਆ, ਉਹ ਝਾੜੂ ਲੈ ਕੇ ਫੇਰ ਉੱਥੇ ਹੀ ਉਸੇ ਤਰ੍ਹਾਂ ਸੇਵਾ ਕਰ ਰਿਹਾ। ਉਹਨੇ ਪੁੱਛਿਆ ਵੀ ਹੁਣ ਤਾਂ ਤੈਨੂੰ ਧਨ ਇੰਨਾ ਦੇਤਾ, ਹੁਣ ਕਿਉਂ ਝਾੜੂ ਮਾਰਦਾ ਹੈ? ਕਹਿੰਦਾ ਜਿਸ ਝਾੜੂ ਕਰਕੇ ਮੈਨੂੰ ਇਹ ਧਨ ਮਿਲਿਆ, ਮੈਂ ਉਹ ਕੰਮ ਹੁਣ ਕਿਉਂ ਛੱਡਾਂ?
ਵੀ ਜਿਸ ਸੇਵਾ ਕਰਕੇ ਮੈਨੂੰ ਇਹ ਤੂੰ ਮਾਇਆ ਦਿੱਤੀ ਹੈ, ਇਹ ਸੇਵਾ, ਇਹ ਕੰਮ ਕਿਉਂ ਛੱਡਾਂ। ਇਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅੱਠੇ ਪੈਰ ਪਰਮੇਸ਼ਰ ਦੀ ਸੇਵਾ ਅਤੇ ਸਿਮਰਨ ਦੀ ਭਾਵਨਾ ਇਹ ਤਿਆਗਣੀ ਨਹੀਂ ਚਾਹੀਦੀ। ਸਭ ਦਿਨਾਂ ਸਭ ਰਾਤਾਂ ਸਿਮਰਨ ਕਰੇ, ਫਿਰ ਅਵਿਦਿਆ ਦੀ, ਅਗਿਆਨਤਾ ਦੀ ਰਾਤ ਤੋਂ ਗਿਆਨ ਦਾ ਦਿਨ ਚੜ੍ਹ ਆਉਂਦਾ ਹੈ। ਫਿਰ ਆਪਾ ਨਹੀਂ ਜਣਾਉਣਾ। ਆ ਮੈਂ ਜਿਹੜਾ ਕਰਦੇ ਆ ਨਾ ਵੀ ਮੈਂ ਵੀ ਕੁਝ ਹਾਂ, ਮੈਨੂੰ ਸਭ ਪਤਾ ਹੈ। ਕਹਿੰਦਾ ਮੈਨੂੰ ਸਭ ਕੁਝ ਆਉਂਦਾ ਹੈ, ਮੈਨੂੰ ਤੁਸੀਂ ਜ਼ਿਆਦਾ ਨਾ ਦੱਸੋ, ਸਿਆਣੇ ਨਾ ਬਣੋ। ਕਹਿੰਦੇ ਇਹ ਛੱਡ ਦੇ, ਜਿਹੜਾ ਆਪ ਹੈ ਨਾ ਮੈਂ ਜਿੰਨਾ ਚਿਰ ਇਹ ਰਹੂ ਨਾ ਮੈਂ ਤੇ ਤੂੰ ਰਹੂਗਾ, ਉਹਨਾਂ ਚਿਰ ਗੱਡੀ ਜਿਹੜੀ ਹੈ ਉਹ ਸਾਧ ਸੰਗਤ ਲੀਹੇ ਨਹੀਂ ਪੈਣੀ, ਉਹਨਾਂ ਚਿਰ ਜਿਹੜਾ ਜੀਵਨ ਸਫਲ ਨਹੀਂ ਹੋਣਾ। ਆਪ ਤਿਆਗ, ਆਪਾ ਭਾਵ ਤਿਆਗ ਕੇ ਹੰਕਾਰ ਛੱਡ ਕਰਕੇ ਸਰਣੀ ਪਵਾਂ। ਕਹਿੰਦੇ ਵੀ ਸਤਿਗੁਰਾਂ ਦੀ, ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਵਾਂ, ਪੈ ਜਾਈਏ। ਜਗਿਆਸੂ ਬੇਨਤੀ ਕਰਦਾ ਹੈ ਵੀ ਮੈਂ ਆਪਾ ਭਾਵ ਤਿਆਗ ਕੇ ਸ਼ਰਣੀ ਪੈਣਾ ਹਾਂ। ਮੇਰੀ ਭਾਵਨਾ ਇਹ ਵੀ ਮੈਂ ਅਹੰਕਾਰ ਛੱਡ ਕੇ ਸ਼ਰਨ ਪਵਾਂ। ਪਰ ਉਪਦੇਸ਼ ਇਹੀ ਹੈ ਭਾਈ, ਹੰਕਾਰ ਛੱਡ ਦਿਓ, ਆਪਣਾ ਆਪ ਤਿਆਗ ਦਿਓ। ਆਪਣਾ ਆਪ ਤਿਆਗਣਾ ਕੀ ਹੁੰਦਾ ਏ ਵੀ ਆਪਣੀ ਜਾਤ ਕੁਲ, ਆਪਣੇ ਗੁਣਾਂ ਦਾ, ਆਪਣੇ ਅਹੁਦੇ ਦਾ ਅਭਿਮਾਨ ਇੱਕ ਪਾਸੇ ਰੱਖ ਕੇ ਫੇਰ ਗੁਰੂ ਦੀ ਸ਼ਰਨ ਵਿੱਚ ਪੈਣਾ ਕਰੀਏ। ਫਿਰ ਮੁਖੋਂ ਵੀ ਜਿਹੜੇ ਵੈਣ ਨਾਮ ਹੈ ਬਚਨਾਂ ਦਾ, ਕਹਿੰਦੇ ਮੁਖੋਂ ਮਿੱਠੇ ਬਚਨ ਬੋਲਣੇ, ਖਰਵਾ ਨਹੀਂ ਬੋਲਣਾ। ਜੇ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਰੱਬ ਨਾਲ ਮਿਲਦੀ, ਕਹਿੰਦੇ ਵੀ ਚਾਹਨਾ ਹੈ ਹਿਆਓ ਨਾ ਠਾਹੇ ਕਹੀਦਾ। ਕਹਿੰਦੇ ਕਿਸੇ ਦਾ ਮੰਦਾ ਬੋਲ ਬੋਲ ਕੇ ਦਿਲ ਭੰਗ ਨਹੀਂ ਕਰੀਦਾ, ਕਿਸੇ ਦਾ ਦਿਲ ਨਹੀਂ ਦੁਖਾਈਦਾ। ਇਸ ਕਰਕੇ ਹਮੇਸ਼ਾ ਹੀ ਮਿੱਠੜੇ ਬੈਣ। ਮਿੱਠੜੇ ਬੈਣ ਕੀ ਹੈ? ਪਿਆਰ ਵਾਲੇ, ਪ੍ਰੇਮ ਭਾਵਨਾ ਵਾਲੇ ਕਹਿੰਦੇ ਵੀ ਬਚਨ ਕਹੇ ਤੇ ਬੇਨਤੀਆਂ ਕਰੇ ਸਤਿਗੁਰੂ ਅੱਗੇ ਕਿ ਮਹਾਰਾਜ ਜਨਮਾਂ ਜਨਮਾਂਤਰਾਂ ਦੇ ਅਸੀਂ ਵਾਹਿਗੁਰੂ ਦੇ ਨਾਲੋਂ ਵਿਛੜੇ ਆ। ਮੈਂ ਕਈ ਜਨਮ ਹੋ ਗਏ ਨੇ ਪਰਮੇਸ਼ਰ ਨਾਲੋਂ ਵਿਛੜਿਆ, ਧੱਕੇ ਖਾ ਰਿਹਾ ਹਾਂ। ਤੇ ਸਤਿਗੁਰੂ ਜੀ ਉਹ ਜੋ ਹਰੀ ਪਰਮੇਸ਼ਰ ਇਸ ਲੋਕ ਦਾ ਵੀ ਉਹ ਸੱਜਣ ਸਾਥੀ ਹੈ ਤੇ ਪਰਲੋਕ ਦਾ ਵੀ ਜੋ ਸੈਣ ਸਾਥੀ ਹੈ। ਸੈਣ ਨਾਮ ਸਾਥੀ ਦਾ ਹੈ ਤੇ ਸੱਜਣ ਇਸ ਲੋਕ ਦਾ ਸੱਜਣ ਤੇ ਜਿਹੜਾ ਪਰਲੋਕ ਦਾ ਸੈਣ ਸਾਥੀ ਹੈ। ਸੈਣ ਪਿਆਰੇ ਦਾ ਵੀ ਨਾਮ ਹੈ, ਸੱਜਣ ਸੈਣ ਜੋ ਪਿਆਰਾ ਸੈਣ ਭਾਵ ਕਿ ਜੋ ਪਿਆਰਾ ਵਾਹਿਗੁਰੂ ਹੈ ਉਸ ਨਾਲ ਮੇਲ ਦਿਓ। ਜਾਂ ਸੈਣ ਨਾਮ ਪੱਕੇ ਦਾ ਵੀ ਹੈ, ਸੱਜਣ ਸੈਣ ਜਿਹੜਾ ਪੱਕਾ ਸਾਡਾ ਮਾਤਾ ਦੇ ਉਦਰ ਦਾ ਇਸ ਲੋਕ ਪਰਲੋਕ ਦਾ ਸਾਥੀ ਹੈ। ਉਸ ਹਰੀ ਵਾਹਿਗੁਰੂ ਦੇ ਨਾਲ ਮਹਾਰਾਜ ਸਾਨੂੰ ਮੇਲ ਦਿਓ। ਕਿਉਂਕਿ ਜਿਹੜੇ ਜੀਵ ਮਨੁੱਖਾ ਜਨਮ ਪ੍ਰਾਪਤ ਕਰਕੇ ਨਾਮ ਨਹੀਂ ਜਪਦੇ ਤੇ ਇਸੇ ਕਰਕੇ ਹਰੀ ਵਾਹਿਗੁਰੂ ਦੇ ਨਾਲੋਂ ਵਿਛੜ ਗਏ ਨੇ, ਜੁਦਾ ਹੋ ਗਏ ਹਨ ਪਰਮੇਸ਼ਰ ਨਾਲੋਂ। ਭੈਣ ਕੀ ਹੈ ਵੀ ਹੇ ਭੈਣੋ ਭਰਾਵੋ ਗੁਰਸਿੱਖੋ ਪਿਆਰਿਓ ਜਗਿਆਸੂਓ, ਉਹ ਕਦੀ ਵੀ ਕਹਿੰਦੇ ਸੁੱਖ ਨਹੀਂ ਵਸਦੇ। ਸੁੱਖ ਨਹੀਂ ਉਹਨਾਂ ਨੂੰ ਮਿਲਦਾ ਜਿਹੜੇ ਵਾਹਿਗੁਰੂ ਤੋਂ ਵਿਛੜੇ ਹੈ। ਵਾਹਿਗੁਰੂ ਤੋਂ ਵਿਛੜੇ ਹੋਇਆਂ ਨੂੰ ਕਦੀ ਸੁੱਖ ਦੇ ਨਾਲ ਵਸਣਾ ਨਹੀਂ ਮਿਲਦਾ। ਭੈਣ ਨਾਮ ਜਗਿਆਸੂ ਦਾ ਵੀ ਹੈ, ਸਖੀ ਦਾ ਵੀ ਇਹ ਭੈਣੇ ਇਹ ਸਖੀਏ, ਜਿਹੜੇ ਵਾਹਿਗੁਰੂ ਨਾਲੋਂ ਵਿਛੜੇ ਨੇ ਨਾ, ਜੋ ਜੀਵ ਇਸਤਰੀਆਂ ਪਤੀ ਪਰਮੇਸ਼ਰ ਤੋਂ ਬੇਮੁਖ ਹੋਣ ਰੂਪੀ ਜੁਦਾ ਹੋਈਆਂ ਨੇ, ਉਹਨਾਂ ਨੂੰ ਕਦੀ ਸੁੱਖ ਦੀ ਥਾਂ ਨਹੀਂ ਮਿਲਦੀ, ਕਦੀ ਸੁੱਖ ਨਹੀਂ ਮਾਣਦੀਆਂ। ਉਹ ਹਰੀ ਪਰਮੇਸ਼ਰ ਪਤੀ ਤੋਂ ਬਗੈਰ ਚੈਨ ਨਹੀਂ ਪਾਇਆ ਜਾ ਸਕਦਾ। ਜਿੰਨਾ ਚਿਰ ਵਾਹਿਗੁਰੂ ਪਤੀ ਦੀ ਪ੍ਰਾਪਤੀ ਨਹੀਂ ਹੁੰਦੀ, ਚੈਨ ਕਿਵੇਂ ਮਿਲੇ? ਕਿਵੇਂ ਧੀਰਜ ਆ ਸਕਦੀ ਹੈ? ਜੀਵ ਨੂੰ ਕਦੀ ਵੀ ਚੈਨ ਨਹੀਂ ਪਾ ਸਕਦੇ। ਮਹਾਰਾਜ ਕਹਿੰਦੇ ਵੀ ਅਸੀਂ ਖੋਜ ਕੇ ਡਿੱਠੇ ਵੇਖੇ ਹਨ ਸਭ ਗੈਣ। ਗੈਣ ਨਾਮ ਹੈ ਆਕਾਸ਼ ਦਾ। ਕਹਿੰਦੇ ਵੀ ਬ੍ਰਹਮ ਲੋਕ ਆਦਿਕ ਤੋਂ ਲੈ ਕਰਕੇ ਸਵਰਗ ਲੋਕ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਆਦਿਕ ਜੋ ਵੀ ਆਕਾਸ਼ ਆਦਿਕ ਹੈ, ਉੱਥੋਂ ਤੀਕਰ ਅਸੀਂ ਖੋਜ ਕੇ ਚੰਗੀ ਤਰ੍ਹਾਂ ਡਿੱਠਾ ਵੇਖਿਆ ਹੈ। ਖੋਜ ਕਰਨੀ ਕਹਿੰਦੇ ਵੀ ਸ਼ੋਧ ਕਰਨੀ, ਰਿਸਰਚ ਕਰਨੀ।
ਗੁਰੂ ਗ੍ਰੰਥ ਸਾਹਿਬ ਜੋ ਹਨ ਇਹ ਸਾਧ ਸੰਗਤ ਰਿਸਰਚ ਦੇ ਨਾਲ ਭਰੇ ਪਏ ਨੇ। ਜਿੰਨੀ ਰਿਸਰਚ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇੰਨੀ ਸ਼ੋਧ ਜਾਂ ਰਿਸਰਚ ਕਿਸੇ ਨੇ ਕੀਤੀ। ਲੋਕ ਜਾਂ ਵਿਗਿਆਨੀ ਰਿਸਰਚ ਕਰਦੇ ਨੇ ਬਾਹਰ ਦੀ, ਉਹ ਬਸ ਵੇਖ ਰਹੇ ਨੇ ਸਥੂਲ ਜੋ ਚੀਜ਼ ਦਿਖਦੀ ਹੈ ਨਾ, ਉਹਨਾਂ ਨੂੰ ਉੱਥੋਂ ਤੱਕ ਹੀ ਖੋਜ ਹੁੰਦੀ ਹੈ ਉਹਨਾਂ ਦੀ। ਪਰ ਮਹਾਰਾਜ ਸਾਹਿਬ ਜੀ ਨੇ ਜੋ ਬਚਨ ਲਿਖੇ ਆ ਇਹ ਆਪਣੀ ਸਤਿਗੁਰਾਂ ਦੀ ਖੋਜ ਅਨੁਭਵ ਹੈ ਮਹਾਰਾਜ ਦਾ। ਤੇ ਸਾਹਿਬ ਕਹਿੰਦੇ ਅਸੀਂ ਖੋਜ ਕੇ, ਜੱਜੇ ਨੂੰ ਸਿਹਾਰੀ ਵੀ ਇਹਦਾ ਭਾਵ ਹੈ ਵੀ ਖੋਜ ਕਰਕੇ ਡਿੱਠੇ ਵੇਖੇ ਹਨ। ਕੀ ਕੀ ਵੇਖਿਆ? ਸਭ ਗੈਣ, ਕਹਿੰਦੇ ਆਕਾਸ਼ ਤੀਕਰ ਸਾਰੀਆਂ ਪੁਰੀਆਂ ਖੋਜ ਕੇ ਵੇਖੀਆਂ ਨੇ। ਪਰਮੇਸ਼ਰ ਦੇ ਬਗੈਰ ਕਿਸੇ ਨੂੰ ਕੋਈ ਚੈਨ ਹੀ ਨਹੀਂ ਮਿਲਦਾ। ਵਾਹਿਗੁਰੂ ਤੋਂ ਬਗੈਰ ਕਿਤੇ ਵੀ ਕੋਈ ਸਦਾ ਵਾਸਤੇ ਸੁੱਖ ਦੇ ਨਾਲ ਨਹੀਂ ਵੱਸਦਾ। ਫੇਰ ਨਾਲ ਹੀ ਕਹਿੰਦੇ ਵੀ ਆਪ ਕਮਾਣਾ ਵਿਛੜੀਏ। ਜੀਵ ਰੂਪੀ ਜਿਹੜੀ ਇਸਤਰੀ ਹੈ ਜਾਂ ਮੈਂ, ਕਹਿੰਦੇ ਆਪਣੇ ਕਰਮਾਂ ਦੇ ਕਮਾਉਣ ਕਰਕੇ ਵਾਹਿਗੁਰੂ ਨਾਲੋਂ ਵਿਛੜੀ ਹੈ, ਆਪਣੇ ਕੰਮ ਕਮਾਉਣ ਕਰਕੇ ਹੀ ਵਿਛੜੇ ਹੈ। ਜਿਵੇਂ ਬਾਰੇ ਮਹਾਂ ਦੇ ਰਮਜੀ ਸਾਹਿਬਾਂ ਨੇ ਕਿਹਾ ਨਾ ਵੀ ਕਿਰਤ ਕਰਮ ਕੇ ਵਿਛੜੇ, ਕਿ ਕੀਤੇ ਹੋਏ ਕੰਮਾਂ ਕਰਕੇ ਵਾਹਿਗੁਰੂ ਨਾਲੋਂ ਵਿਛੜੇ ਹੈ। ਇੱਥੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆਪ ਕਮਾਣਾ ਵਿਛੜੀ। ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜੋ ਕਮਾਇਆ ਹੈ, ਜੋ ਕਹਿੰਦੇ ਵੀ ਕਰਮ ਕੀਤੇ ਹਨ, ਉਹਨਾਂ ਦੇ ਮੁਤਾਬਕ ਹੀ ਵਾਹਿਗੁਰੂ ਨਾਲੋਂ ਵਿਛੋੜਾ ਹੋਇਆ ਏ। ਕਾਹੂ ਕਿਸੇ ਨੂੰ ਵੀ ਕਹਿੰਦੇ ਵੀ ਦੋਸ਼ ਦੇਣਾ ਯੋਗ ਨਹੀਂ ਹੈ। ਇਹ ਸਾਡੀ ਆਦਤ ਹੁੰਦੀ ਵੀ ਕੋਈ ਵੀ ਕੰਮ ਵਿਗੜੇ ਤੇ ਦੂਜੇ ਨੂੰ ਦੋਸ਼ ਦਿੰਦੇ ਆ। ਅਸਲ ਵਿੱਚ ਅਸੀਂ ਆਪਣੀਆਂ ਕਰਤੂਤਾਂ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਨਾਲੋਂ ਵਿਛੜੇ ਹੈ। ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਕਿਸੇ ਦੇ ਦੋਸ਼ ਆਰੋਪਣਾ ਇਹ ਯੋਗ ਗੱਲ ਨਹੀਂ ਹੈ। ਹਾਂ, ਬੇਨਤੀ ਕਰੀਏ ਵੀ ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਹੀ ਕਰੋ। ਮਹਾਰਾਜ ਕਰਮ ਸਾਡੇ ਤਾਂ ਕੋਈ ਬਹੁਤੇ ਚੰਗੇ ਨਹੀਂ, ਕਰ ਕਿਰਪਾ ਪ੍ਰਭ ਰਾਖ ਲਿਓ। ਕਿਰਪਾ ਕਰਕੇ ਮਹਾਰਾਜ ਸਾਹਿਬ ਜੀ ਸਾਨੂੰ ਰੱਖ ਲੈਣਾ ਕਰੋ, ਸਾਡੇ ਤੇ ਮਿਹਰਾਮਤ ਕਰ ਦਿਓ। ਕਿਉਂਕਿ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਜਿਹੜਾ ਹੈ ਨਾ ਉਹ ਨਾ ਕੁਝ ਕਰਨ ਯੋਗ ਹੈ ਤੇ ਨਾ ਕੋਈ ਕਰਾਉਣ ਯੋਗ ਹੈ। ਆਪਣੀ ਸ਼ਰਮ ਦੇ ਵਿੱਚ ਰੱਖ ਲਓ, ਦੁੱਖਾਂ ਵੱਲੋਂ ਰੱਖ ਲਓ, ਸਾਨੂੰ ਜੰਮਣ ਮਰਨ ਵੱਲੋਂ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਕੇ ਰੱਖ ਲੈਣਾ ਕਰੋ। ਸਾਹਿਬ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਬਚਾ ਲਓ ਜੰਮਣ ਮਰਨ ਵੱਲੋਂ। ਹੋਰ ਨਾ ਹੀ ਕਰਨ ਕਰੇਣ, ਹੋਰ ਨਾ ਹੀ ਕੁਝ ਤੁਹਾਡੇ ਬਿਨਾਂ ਕਰਨ ਵਾਲਾ ਹੈ ਤੇ ਨਾ ਹੀ ਮਹਾਰਾਜ ਤੁਹਾਡੇ ਬਗੈਰ ਕੁਝ ਕਰਾਉਣ ਵਾਲਾ ਹੈ। ਇਹ ਤਾਂ ਬੰਦਾ ਐਵੇਂ ਫੂੰ ਫੂੰ ਕਰਦਾ, ਹਉਮੈ ਚੱਕੀ ਫਿਰਦਾ, ਮੈਂ ਆਹ ਕਰ ਦਿੱਤਾ, ਮੈਂ ਆਹ ਕਰਾ ਦਿੱਤਾ, ਮੈਂ ਆਹ ਕਰਾ ਦੂੰਗਾ। ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਹਾਡੇ ਤੋਂ ਬਗੈਰ ਨਾ ਕੋਈ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਤੇ ਨਾ ਹੀ ਮਹਾਰਾਜ ਕੋਈ ਕਰਾਉਣ ਵਾਲਾ ਹੈ। ਹੇ ਹਰੀ ਵਾਹਿਗੁਰੂ ਜੀ ਤੁਧ ਬਿਨ ਤੇਰੀ ਪ੍ਰਾਪਤੀ ਤੋਂ ਬਗੈਰ ਖਾਕੂ, ਖਾਕ ਦੇ ਵਿੱਚ ਹੀ ਰੁਲਣਾ ਰੁਲਣਾ ਹੁੰਦਾ ਹੈ। ਖਾਕ ਵਿੱਚ ਰੁਲਣਾ ਭਾਵ ਕਿ ਢਿੱਡ ਘਸਾ ਕੇ ਤੁਰਨ ਵਾਲੀਆਂ ਜੂਨੀਆਂ, ਟਿੱਡੇ, ਸੱਪ, ਠੂਹੇ, ਬਿਛੂ ਆਦਿਕ ਜਿਹੜੇ ਖਾਕ ਵਿੱਚ ਮਿੱਟੀ 'ਚ ਰੁਲਦੇ ਰਹਿੰਦੇ ਨੇ। ਤੇਰੇ ਤੋਂ ਬਿਨਾਂ ਮਹਾਰਾਜ ਉਹਨਾਂ ਜੂਨਾਂ 'ਚ ਜਾ ਕੇ ਖਾਕ ਵਿੱਚ ਹੀ ਰੁਲਣਾ ਪੈਂਦਾ ਹੈ। ਜਾਂ ਤੇਰੇ ਤੋਂ ਬਗੈਰ ਲਾਹਣਤਾਂ ਰੂਪੀ ਖਾਕ ਦੇ ਵਿੱਚ ਹੀ ਮਹਾਰਾਜ ਰੁਲਣਾ ਪੈਂਦਾ। ਲਾਹਣਤਾਂ ਹੀ ਪੈਂਦੀਆਂ ਨੇ ਜੇ ਤੇਰੀ ਪ੍ਰਾਪਤੀ ਨਹੀਂ ਹੋਈ। ਤੇਰੇ ਤੋਂ ਬਗੈਰ ਮਹਾਰਾਜ ਸਾਹਿਬ ਜੀ ਉਹ ਅਖੀਰ ਖਾਕ 'ਚ ਮਿਲ ਜਾਣਾ, ਮਿੱਟੀ 'ਚ ਮਿਲ ਜਾਣਾ, ਭਾਵ ਕਿ ਤੇਰੇ ਬਿਨਾਂ ਇਹ ਪਾਤਸ਼ਾਹ ਜੀ ਉਹ ਕੋਈ ਪ੍ਰਾਪਤੀ ਨਹੀਂ ਹੁੰਦੀ, ਜੀਵਨ ਸਫਲਾ ਨਹੀਂ ਹੁੰਦਾ। ਤੇ ਤੇਰਾ ਦਰ ਛੱਡ ਕੇ ਹੋਰ ਕਹੀਏ ਕਿੱਥੇ ਵੈਣ, ਕਿਹਦੇ ਕੋਲ ਜਾ ਕੇ ਵੈਣ ਪਾਈਏ। ਵੈਣ ਪਾਉਣੇ ਹੁੰਦੇ ਨਾ ਜਿੱਦਾਂ ਕੋਈ, ਜੇ ਕੋਈ ਚਾਲਾ ਮਾਰ ਜੇ, ਉਹ ਵਿਰਾਗ ਵਿੱਚ ਆ ਕੇ ਮਾਈਆਂ ਰੋਂਦੀਆਂ ਵੀ ਹੁਣ ਤੇਰੇ ਬਿਨਾਂ ਅਸੀਂ ਕੀ ਕਰਾਂਗੇ, ਕਿੱਥੇ ਜਾਵਾਂਗੇ, ਤੇਰੇ ਬਿਨਾਂ ਸਾਡਾ ਕੌਣ ਹੈ। ਇਹ ਹੁੰਦਾ ਵੈਣ, ਵੀ ਕਿਸੇ ਨੂੰ ਚੇਤੇ ਕਰਨਾ ਤੇ ਵਿਰਾਗ ਕਰਨਾ। ਤੇ ਮਹਾਰਾਜ ਕਹਿੰਦੇ ਹੈ ਪਾਤਸ਼ਾਹ ਤੇਰੇ ਤੋਂ ਬਗੈਰ ਅਸੀਂ ਕਿੱਥੇ ਜਾ ਕੇ ਵੈਣ ਕਹੀਏ।
ਭਾਵ ਕਿੱਥੇ ਜਾ ਕੇ ਪੁਕਾਰ ਕਰੀਏ, ਆਪਣਾ ਦੁੱਖ ਰੋਈਏ। ਤੇਰੇ ਤੋਂ ਬਗੈਰ ਕੋਈ ਦੁੱਖ ਦੂਰ ਕਰਨ ਵਾਲਾ ਵੀ ਨਹੀਂ ਤੇ ਦੁੱਖ ਸੁਣਨ ਵਾਲਾ ਵੀ ਨਹੀਂ ਹੈ। ਸਾਡੀ ਤਾਂ ਮਹਾਰਾਜ ਇਹ ਅਰਦਾਸ ਹੈ, ਤੁਹਾਡੇ ਅੱਗੇ ਬੇਨਤੀ ਹੈ। ਬੇਨਤੀ ਇਹ ਹੈ ਵੀ ਇਹ ਹਰੀ ਪਾਤਸ਼ਾਹ, ਦੇਵਤਿਆਂ ਵਰਗੇ ਜਿਹੜੇ ਤੇਰੇ ਜਾਨ ਪਿਆਰੇ ਨੇ ਉਹਨਾਂ ਨੂੰ ਮੈਂ ਨੈਣਾਂ ਨਾਲ ਵੇਖਾਂ। ਭਾਵ ਤੇਰੇ ਸੰਤਾਂ ਭਗਤਾਂ ਦੇ ਮੈਨੂੰ ਦਰਸ਼ਨ ਹੁੰਦੇ ਰਹਿਣ। ਜਾਂ ਸੁਰਜਨ ਨਾਮ ਪਿਆਰੇ ਦਾ ਹੈ, ਹਰ ਸੁਰਜਨ ਤੋਂ ਭਾਵ ਹੈ ਹਰੀ ਪਿਆਰੇ ਵਾਹਿਗੁਰੂ ਜੀ, ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਤੈਨੂੰ ਵੇਖਾਂ, ਤੇਰੇ ਹੀ ਦਰਸ਼ਨ ਹੋਣ ਸਾਨੂੰ, ਜਿਹਦੇ ਵਿੱਚ ਵੀ ਵੇਖਾਂ ਤੈਨੂੰ ਵਸਦਾ ਹੀ ਵੇਖਾਂ, ਸਾਨੂੰ ਕੋਈ ਦੂਜਾ ਜਾਂ ਉਪਰਾ ਨਾ ਲੱਗੇ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਜਿੰਨੇ ਵੀ ਆਪਾਂ ਜੀਵ ਹੈ, ਸਭ ਜੀਵਾਂ ਦੀ ਜਿਹੜੀ ਬਿਰਥਾ ਹੈ, ਦੁਖੜਾ ਹੈ, ਵਿਛਿਆ ਏ, ਦੁੱਖ ਸੁੱਖ ਹੈ, ਉਹ ਵਾਹਿਗੁਰੂ ਹੀ ਸੁਣਦਾ ਹੈ। ਉਹ ਹਰੀ ਵਾਹਿਗੁਰੂ ਸਮ੍ਰਿਤ ਸੇ ਸਰਬ ਸ਼ਕਤੀਮਾਨ ਹੈ। ਹਰਨ ਭਰਨ ਜਾ ਕਾ ਨੇਤਰ ਫੋਰ ਹੈ। ਅੱਖ ਦੇ ਝਮੱਕੇ ਸੰਸਾਰ ਬਣਾ ਦਿੰਦਾ, ਅੱਖ ਦੇ ਝਮੱਕੇ ਚ ਨਾਸ਼ ਕਰ ਦਿੰਦਾ, ਐਸਾ ਜੋ ਸਮਰੱਥ ਹੈ। ਅਤੇ ਫਿਰ ਉਹ ਪੁਰਖ ਪੂ ਨਾਮ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ, ਪੁਰ ਆਕਾਸ਼ ਦੀ ਨਿਆਈ ਖੈ ਆਕਾਸ਼ ਦੀ ਨਿਆਈ ਪੁਰਪੂਰਨ ਹੈ। ਜਾਂ ਪੁਰਖ ਜਿਹੜਾ ਸਭ ਥਾਵਾਂ 'ਤੇ ਵਿਆਪਕ ਹੈ, ਅਪਾਰ, ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬੇਅੰਤ ਹੈ। ਪ੍ਰਕਿਰਤੀ ਉਰੇ ਹੈ, ਇਹ ਪੰਜਾਂ ਤੱਤਾਂ ਦੇ ਵਿੱਚ ਹੈ, ਪਰਮੇਸ਼ਰ ਤੱਤਾਂ ਤੋਂ ਪਰੇ ਹੈ। ਕਹਿੰਦੇ ਵੀ ਜਿੰਨਾ ਚਿਰ ਜੀਵਨ ਹੈ, ਜੀਵਨ ਮਰਨ ਤੀਕਰ ਪਰਮੇਸ਼ਰ ਦਾ ਹੀ ਆਰਾਧਨਾ ਕਰਨਾ ਚਾਹੀਦਾ। ਜੀਵਨ ਦੇ ਵਿੱਚ ਮਰਨ ਤੀਕਰ ਕਹਿੰਦੇ ਸਾਰੀ ਜ਼ਿੰਦਗੀ ਪਰਮੇਸ਼ਰ ਦਾ ਆਰਾਧਨ ਨਾ ਛੱਡੇ ਜੀਵ। ਆਖਰੀ ਸਾਹ ਨਹੀਂ ਜਿੰਨਾ ਚਿਰ ਆਉਂਦਾ ਉਹਨਾਂ ਚਿਰ ਰੱਬ ਨਹੀਂ ਭੁੱਲਣਾ ਚਾਹੀਦਾ। ਆਖਰੀ ਸਾਹਾਂ ਤੀਕਰ ਪਰਮੇਸ਼ਰ ਚੇਤੇ ਰੱਖੇ। ਮਰਨ ਜਾਂ ਕਹਿੰਦੇ ਜੀਵਤ ਭਾਵ ਤੋਂ ਮਰ ਕੇ ਤੇ ਸਾਰਾ ਹੀ ਜੀਵਨ ਜ਼ਿੰਦਗੀ ਆਰਾਧਨਾ ਪਰਮੇਸ਼ਰ ਦਾ ਆਰਾਧਨ ਕਰਨਾ ਚਾਹੀਦਾ ਹੈ। ਜਾਂ ਮਰਨ ਜੀਵਨ ਕਹਿੰਦੇ ਵੀ ਸਾਡਾ ਮਰਨਾ ਜਿਉਣਾ ਮਹਾਰਾਜ ਸਭ ਤੇਰੇ ਨਾਲ ਹੀ ਹੈ। ਜਿੰਨਾ ਚਿਰ ਜਿਉਂਦੇ ਹੈ ਤਾਂ ਵੀ ਤੇਰਾ ਹੀ ਆਰਾਧਨ, ਸਰੀਰ ਕਰਕੇ ਚਲੇ ਗਏ ਤਾਂ ਵੀ ਤੇਰੇ ਚਰਨਾਂ ਵਿੱਚ ਹੀ। ਜਾਂ ਮਰਨ ਜੀਵਨ ਆਰਾਧਨਾ ਸੰਸਾਰ ਵੱਲੋਂ ਕਹਿੰਦੇ ਮਰ ਕੇ ਵਾਹਿਗੁਰੂ ਵੱਲ ਜਿਉਣਾ ਕਰੇ ਤੇ ਵਾਹਿਗੁਰੂ ਨੂੰ ਸਦਾ ਆਰਾਧਨਾ ਕਰੇ। ਜੋ ਵਾਹਿਗੁਰੂ ਸਾਰਿਆਂ ਦਾ ਆਧਾਰ ਕੀ ਹੈ, ਆਸਰਾ ਰੂਪ ਹੈ, ਸਾਰਿਆਂ ਦਾ ਮਹਾਰਾਜ ਸਹਾਰਾ ਹੈ ਵਾਹਿਗੁਰੂ। ਜਿਹੜੀ ਸਾਧ ਸੰਗਤ ਨੇਕ ਇਸਤਰੀ ਹੁੰਦੀ ਹੈ ਨਾ, ਸਸੁਰੈ ਸਹੁਰੇ ਘਰ ਵਿੱਚ ਤੇ ਪਈਏ ਪੇਕੇ ਘਰ ਦੇ ਵਿੱਚ ਵੀ ਤਿਸ ਕੰਤ ਕੀ, ਉਹ ਆਪਣੇ ਕੰਤ ਦੀ ਹੀ ਬਣ ਕੇ ਰਹਿੰਦੀ ਹੈ। ਜਿਹਦਾ ਸੰਬੰਧ ਇੱਕ ਵਾਰਾਂ ਜੁੜ ਜਾਂਦਾ ਹੈ ਨਾ, ਭਾਵੇਂ ਹਾਲਾਂ ਸਹੁਰੇ ਨਹੀਂ ਗਈ, ਉਹ ਪੇਕੇ ਘਰ ਦੇ ਵਿੱਚ ਵੀ ਆਪਣੇ ਕੰਤ ਦਾ ਭੈ ਰੱਖਦੀ। ਕੋਈ ਇਹੋ ਜਿਹਾ ਕਰਮ ਨਹੀਂ ਕਰਦੀ ਜਿਹਦੇ ਨਾਲ ਪਤੀ ਦੀ ਨਾਰਾਜ਼ਗੀ ਹੋਵੇ, ਜਿਹਦੇ ਨਾਲ ਜੀਵਨ 'ਚ ਦੁਸ਼ਵਾਰੀਆਂ ਆਉਣ। ਉਹ ਆਪਣੇ ਪਤੀ ਦਾ ਪੇਕੇ ਘਰ ਵਿੱਚ ਵੀ ਭੈ ਰੱਖਦੀ ਹੈ ਤੇ ਸਹੁਰੇ ਘਰ ਜਾ ਕੇ ਵੀ ਉਹਦੀ ਸੇਵਾ ਕਰਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸਸੁਰੈ ਸਹੁਰੇ ਘਰ ਤੇ ਪਈਏ ਪੇਕੇ ਘਰ, ਜੋ ਤਿਸ ਕੰਤ ਦੀ ਹੀ ਬਣ ਕੇ ਰਹਿੰਦੀ ਹੈ ਉਹ ਧਨ ਹੈ ਬੀਬੀ, ਉਹ ਧਨਤਾ ਦੇ ਯੋਗ ਹੈ। ਐਸੀਆਂ ਜਿਹੜੀਆਂ ਬੀਬੀਆਂ ਨੇ ਸਮਾਜ ਦੇ ਵਾਸਤੇ ਪ੍ਰੇਰਨਾ ਹਨ। ਇਸੇ ਪ੍ਰਕਾਰ ਸਹੁਰਾ ਘਰ ਹੈ ਪਰਲੋਕ, ਪੇਕਾ ਘਰ ਹੈ ਮਾਤ ਲੋਕ। ਜਿਹੜੀ ਜੀਵ ਰੂਪੀ ਇਸਤਰੀ ਭਾਵ ਜਿਹੜੇ ਜੀਵ ਇਸ ਪੇਕੇ ਘਰ ਦੇ ਵਿੱਚ ਸੰਸਾਰ ਵਿੱਚ ਰਹਿੰਦਿਆਂ ਵੀ ਉਸ ਕੰਤ ਮਾਲਕ ਨੂੰ ਚੇਤੇ ਕਰਦੇ ਨੇ, ਪਰਮੇਸ਼ਰ ਦੀ ਓਟ ਰੱਖਦੇ ਨੇ, ਸਦਾ ਵਾਹਿਗੁਰੂ ਨੂੰ ਯਾਦ ਰੱਖਦੇ ਹਨ। ਸਹੁਰੇ ਘਰ ਭਾਵ ਪਰਲੋਕ 'ਚ ਜਾ ਕੇ ਵੀ ਉਹ ਫਿਰ ਵਾਹਿਗੁਰੂ ਨੂੰ ਹੀ ਪ੍ਰਾਪਤ ਹੁੰਦੇ ਹਨ। ਜਿਸ ਵਾਹਿਗੁਰੂ ਦਾ ਕਹਿੰਦੇ ਸੰਸਾਰ ਰੂਪੀ ਵੱਡਾ ਪਰਿਵਾਰ ਹੈ, ਕਿਸੇ ਦੇ 20-30 ਜੀ ਇਕੱਠੇ ਰਹਿੰਦੇ ਹੋਣ, ਕਹਿੰਦੇ ਬੜਾ ਵੱਡਾ ਪਰਿਵਾਰ ਹੈ। ਮਹਾਰਾਜ ਕਹਿੰਦੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਆਪਾਂ ਜਿੱਥੇ ਰਹਿ ਰਹੇ ਹਾਂ ਨਾ, ਇੱਕ ਬ੍ਰਹਮੰਡ ਦਾ ਹਿੱਸਾ ਹੈ ਕੇਵਲ। ਇਹੋ ਜਿਹੇ ਕਰੋੜਾਂ ਬ੍ਰਹਮੰਡ ਨੇ ਜਿਨ੍ਹਾਂ ਦਾ ਮਾਲਕ ਵਾਹਿਗੁਰੂ ਹੈ। ਕਿੱਡਾ ਵੱਡਾ ਉਹਦਾ ਟੱਬਰ ਹੈ। ਕਹਿੰਦੇ ਜਿਸ ਪਰਮੇਸ਼ਰ ਦਾ ਬਹੁਤਾ ਹੀ ਵੱਡਾ ਸੰਸਾਰ ਰੂਪੀ ਪਰਿਵਾਰ ਹੈ, ਸਭ ਜੀਆ ਜੰਤ ਜਿਸ ਵਾਹਿਗੁਰੂ ਦੇ ਪੈਦਾ ਕੀਤੇ ਨੇ, ਇਹ ਸੰਸਾਰ ਵਿੱਚ ਰਹਿੰਦੇ ਹਾਂ
ਅਤੇ ਫਿਰ ਪਰਲੋਕ ਵਿੱਚ ਗੁਰਮੁਖਾਂ ਨੂੰ ਉਸ ਵਾਹਿਗੁਰੂ ਦੀ ਓਟ ਹੈ, ਉਸੇ ਦਾ ਹੀ ਆਸਰਾ ਰੱਖਦੇ ਨੇ। ਫਿਰ ਵਾਹਿਗੁਰੂ ਉੱਚਾ ਹੈ। ਕਿਸੇ ਨੇ ਕਿਹਾ ਬ੍ਰਹਮਾ ਬੜਾ ਉੱਚਾ ਹੈ, ਕਿਸੇ ਨੇ ਕਿਹਾ ਵਿਸ਼ਨੂੰ, ਕੋਈ ਕਹਿੰਦਾ ਸ਼ਿਵ ਜੀ ਉੱਚਾ ਹੈ। ਉਹ ਮਹਾਕਾਲ ਕਹਿੰਦੇ ਨੇ ਸ਼ਿਵ ਜੀ ਨੂੰ। ਅਸਲ 'ਚ ਮਹਾਕਾਲ ਹੈ ਤਾਂ ਪਰਮੇਸ਼ਰ, ਪਰ ਉਹਨੂੰ ਮਹਾਕਾਲ ਕਹਿੰਦੇ ਆ। ਮਹਾਰਾਜ ਕਹਿੰਦੇ ਇਹ ਹੈਗੇ ਉੱਚੇ ਲੋਕਾਂ ਦੀ ਨਿਗਾਹ 'ਚ, ਪਰ ਸਾਡੀ ਨਿਗਾਹ 'ਚ ਉੱਚਾ, ਸਭ ਤੋਂ ਉੱਚਾ ਵਾਹਿਗੁਰੂ ਹੈ। ਅਗਮ, ਜਿਹਨੂੰ ਗਮ ਨਹੀਂ ਹੈ, ਅਤੇ ਸੰਕਲਪਾਂ ਵਿਕਲਪਾਂ ਦੇ ਨਾਲ ਜਿੱਥੋਂ ਤਾਈਂ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ। ਅਗਾਧ ਬੋਧ, ਜਿਹਦੇ ਸਰੂਪ ਦਾ ਜੋ ਗਿਆਨ ਹੈ ਉਹ ਅਗਾਧ ਬੜਾ ਹੀ ਡੂੰਘਾ ਹੈ। ਭਾਵ ਕਿ ਉੱਤੇ ਜਿਹੜੀਆਂ ਗੱਲਾਂ ਕਰਨੀਆਂ ਫੋਕੀਆਂ, ਇਹਦੇ ਨਾਲ ਸਰੂਪ ਦੀ ਸੋਝੀ ਨਹੀਂ ਪੈਂਦੀ। ਗੰਭੀਰਤਾ ਦੇ ਵਿੱਚ ਜਾਣਾ ਪੈਂਦਾ ਹੈ। ਭਾਵੇਂ ਅੱਖਾਂ ਬਾਹਰ ਵੇਖਦੀਆਂ ਨੇ, ਪਰ ਦ੍ਰਿਸ਼ਟੀ ਅੰਦਰ ਲੈ ਕੇ ਆਉਣੀ ਪੈਂਦੀ ਹੈ, ਅੰਦਰ ਸੁਰਤ ਟਿਕਾਉਣੀ ਪੈਂਦੀ ਹੈ, ਫਿਰ ਉਹਦੇ ਸਰੂਪ ਦਾ ਬੋਧ ਹੁੰਦਾ ਹੈ। ਅਗਾਧ ਨਾਮ ਡੂੰਘੇ ਦਾ ਹੈ, ਬੋਧ ਨਾਮ ਗਿਆਨ ਦਾ ਹੈ। ਅਗਾਧ ਬੋਧ ਤੋਂ ਭਾਵ ਕਿ ਗਿਆਨ ਸਰੂਪ ਹੈ ਵਾਹਿਗੁਰੂ। ਕਿਛ ਥੋੜ੍ਹਾ ਜਿੰਨਾ ਵੀ ਕਿਸੇ ਤਰ੍ਹਾਂ ਵੀ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਨਾ ਹੀ ਕੋਈ ਅੰਤ ਹੈ ਅਤੇ ਨਾ ਹੀ ਉਹਦਾ ਪਾਰਾਵਾਰ ਹੈ। ਜਿਵੇਂ ਇੱਧਰਲੇ ਬੰਨੇ ਜਿਹੜੇ ਖਲੋਤੇ ਹੋਣ ਦਰਿਆ ਦੇ, ਉਹ ਪਰਲੇ ਬੰਨਿਆਂ ਨੂੰ ਕਹਿੰਦੇ ਵੀ ਪਾਰ ਹੈ, ਉਧਰ ਵਾਲੇ ਸਾਨੂੰ ਕਹਿੰਦੇ ਆ ਵੀ ਇਹ ਪਾਰ ਵਸਦੇ ਹੈ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦਾ ਇਹੋ ਜਿਹਾ ਪਾਰਾਵਾਰ ਕੋਈ ਹੈ ਹੀ ਨਹੀਂ, ਉਹ ਪਾਰਾਵਾਰ ਤੋਂ ਰਹਿਤ ਹੈ, ਕੋਈ ਅੰਤ ਨਹੀਂ, ਓੜਕ ਨਹੀਂ। ਸੇਵਾ ਸਾ ਤਿਸ ਭਾਵ ਸੀ, ਕਹਿੰਦੇ ਸੇਵਾ ਜਿਹੜੀ ਹੈ ਨਾ ਸਾ ਉਹੋ ਹੀ ਹੈ, ਉਹ ਸੇਵਾ ਏ ਤਿਸ ਭਾਵ ਸੀ, ਜਿਹੜੀ ਤਿਸ ਵਾਹਿਗੁਰੂ ਨੂੰ ਭਾਵ ਸੀ ਭਾ ਜਾਵੇ। ਜਾਂ ਉਹ ਸੇਵਾ ਵਾਹਿਗੁਰੂ ਨੂੰ ਭਾਉਂਦੀ ਹੈ। ਕਿਹੜੀ ਸੇਵਾ? ਜੋ ਸੰਤਾਂ ਦੀ ਛਾਰ ਕੀ ਹੈ, ਧੂੜ ਹੋ ਕੇ ਰਹਿਣਾ ਹੈ, ਸਾਧ ਸੰਗਤ ਦੀ ਧੂੜ ਬਣ ਕੇ, ਉਹਨਾਂ ਦੀ ਛਾਰ ਚਰਨ ਧੂੜ ਬਣ ਕੇ ਨਿਮਰਤਾ 'ਚ ਰਹਿ ਕੇ ਜੋ ਸੇਵਾ ਕਰਨੀ ਹੈ, ਉਹ ਵਾਹਿਗੁਰੂ ਨੂੰ ਸੇਵਾ ਚੰਗੀ ਲੱਗਦੀ ਹੈ। ਜਿਹੜਾ ਹਉਮੈ ਨਾਲ ਮੈਂ ਕਰਦੇ ਹਾਂ ਸੇਵਾ, ਮੇਰਾ ਇੱਥੇ ਨਾਂ ਲਿਖ ਦਿਓ, ਇੱਥੇ ਬੋਲ ਦਿਓ, ਇੱਥੇ ਹੁਣ ਮੇਰਾ ਅਧਿਕਾਰ ਹੋ ਗਿਆ। ਲੋਕ ਤਾਂ ਕਬਜ਼ਾ ਕਰਨ ਤਾਂ ਹੀ ਜਾਂਦੇ ਜੇ ਸੇਵਾ ਕਹਿੰਦੇ ਵੀ ਕਰਾਈ ਹੈ, ਵੀ ਹੁਣ ਇਹਨੂੰ ਕੋਈ ਬਸ ਸਾਡਾ ਹੀ ਆ ਸਭ ਕੁਝ। ਮਹਾਰਾਜ ਕਹਿੰਦੇ ਉਹ ਸੇਵਾ ਵਾਹਿਗੁਰੂ ਨੂੰ ਭਾਉਂਦੀ ਹੈ ਜੋ ਸੰਤਾਂ ਦੀ ਧੂੜ ਬਣ ਕੇ, ਭਾਵ ਨਿਮਰਤਾ ਦੇ ਨਾਲ ਨਿਸ਼ਕਾਮ ਹੋ ਕੇ ਕਰਨੀ ਹੈ। ਵਾਹਿਗੁਰੂ ਜੋ ਦੀਨਾਂ ਦਾ ਨਾਥ ਹੈ, ਗਰੀਬਾਂ ਦਾ ਮਾਲਕ ਹੈ, ਦਇਆਲ, ਸਭ ਤੇ ਦਇਆਲਤਾ ਕਰਨ ਵਾਲਾ ਹੈ, ਦੇਵ ਰਾਜਾ ਰੂਪ ਹੈ, ਦੇਵ ਪ੍ਰਕਾਸ਼ ਰੂਪ ਹੈ ਵਾਹਿਗੁਰੂ। ਪਤਤ ਨਾਮ ਹੈ, ਗਰਕੇ ਹੋਏ ਡਿੱਗੇ ਹੋਏ ਜੀਵਨ ਵਾਲੇ ਜੇ ਉਹਦੀ ਸ਼ਰਨ ਆ ਜਾਣ, ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ। ਗਰਕਿਆਂ ਹੋਇਆਂ ਨੂੰ ਵੀ ਬ੍ਰਹਮ ਗਿਆਨੀ ਬਣਾ ਦਿੰਦਾ ਏ। ਆਦ ਮੁੱਢ ਤੋਂ ਹੀ ਜੁਗਾਦੀ, ਸਭ ਯੁੱਗਾਂ ਦੇ ਵਿੱਚ, ਸਤਿਯੁਗ ਆਦਿਕ, ਤ੍ਰੇਤਾ ਦੁਆਪਰ, ਕਲਯੁਗ ਆਦਿਕ ਯੁੱਗਾਂ ਦੇ ਵਿੱਚ ਹਰ ਯੁੱਗ ਯੁੱਗ ਭਗਤਿਓ ਪਾਇਆ, ਪੈਜ ਰੱਖਦਾ ਆਇਆ RAM ਰਾਜੇ। ਉਹ ਵਾਹਿਗੁਰੂ ਸਦਾ ਹੀ ਰੱਖਦਾ ਆਇਆ ਹੈ, ਆਪਣੇ ਭਗਤਾਂ ਦੀ ਇੱਜ਼ਤ ਰੱਖਦਾ, ਪੈਜ ਰੱਖਦਾ ਆਇਆ ਹੈ। ਆਪ ਉਹ ਸਾਰਿਆਂ ਦਾ ਆਦਿ ਰੂਪ ਹੈ ਅਤੇ ਜੁਗਾਦ ਯੁੱਗਾਂ ਆਦਿਕ ਦੇ ਵਿੱਚ ਰੱਖਿਆ ਕਰਦਾ ਹੈ। ਪਿੱਛੇ ਕਰਦਾ ਸੀ, ਹੁਣ ਕਰ ਰਿਹਾ, ਅੱਗੇ ਨੂੰ ਕਰੇਗਾ। ਪਿਛਲੇ ਯੁੱਗਾਂ 'ਚ ਕੀਤੀ, ਹੁਣ ਦੇ ਯੁੱਗ 'ਚ ਕਰਦਾ, ਅਗਲੇ ਆਉਣ ਵਾਲੇ ਯੁੱਗਾਂ 'ਚ ਫੇਰ ਕਰੇਗਾ। ਆਦਿ ਹੈ ਉਹ। ਆਦਿ ਤਾਂ ਲਿਖਦੇ ਨੇ, ਇੱਕ ਤਾਂ ਕੋਈ ਵੀ ਜਿਵੇਂ ਸਾਧ ਸੰਗਤ ਕਿਸੇ ਨੇ ਕਾਰੋਬਾਰ ਖੋਲ੍ਹਿਆ, ਉਹ ਇੱਕ ਸ਼ਬਦ ਅੰਗਰੇਜ਼ੀ ਦਾ ਲਿਖਦੇ ਨੇ ਸਿੰਸ, ਅਤੇ ਫਿਰ ਨਾਲ ਉਹ ਸਨ ਲਿਖ ਦਿੰਦੇ ਵੀ ਇਹ ਉਦੋਂ ਦਾ ਕੰਮ ਚੱਲ ਰਿਹਾ ਹੈ। ਕੋਈ ਅਖਬਾਰ 'ਚ ਕਢਾ ਦਿੰਦੇ ਜੇ ਕਿਸੇ ਦੀ 100 ਤੋਂ ਉੱਪਰ ਉਮਰ ਹੋ ਜੇ ਵੀ ਫਲਾਨਾ 100 ਸਾਲ ਦਾ ਹੋ ਗਿਆ। ਕਿਸੇ ਦਾ ਟੱਬਰ ਕਹਿੰਦੇ ਵੀ ਇਹ ਦੋਹਤੇ ਪੋਤਰੇ ਪੜਪੋਤਰੇ, ਅੱਗੇ ਉਹਨਾਂ ਦੇ ਬੱਚੇ ਵੀ ਵੇਖ ਲਏ, ਇਕੱਠਾ ਕਰਕੇ ਫੋਟੋ ਖਿਚਾ ਕੇ ਅਖਬਾਰ 'ਚ ਭੇਜ ਦਿੰਦੇ ਆ। ਉਹ ਫਲਾਨਾ ਜੀ 150 ਸਾਲ ਜਿਉਂਦਾ ਰਹਿ ਗਿਆ, ਬੜੀ ਲੋਕ ਚਰਚਾ ਕਰਦੇ ਆ। ਇੰਨੇ ਜੀ ਉਹ ਜਿਹੜੇ ਉਹਦੇ ਨਾਲ ਸੰਬੰਧਿਤ ਹੁੰਦੇ ਆ, ਉਹ ਆਪਣਾ ਨਾਮ ਨਾ ਕਮਾਉਂਦੇ ਨੇ। ਇਹ ਤਾਂ ਵੇਖੋ 100-150 ਸਾਲ ਇੰਨਾ ਕਿ ਕੋਈ ਜਿਉਂਦਾ ਰਹਿ ਜੇ, ਉਹ ਅਖਬਾਰਾਂ 'ਚ ਦਿੰਦੇ ਆ, ਉਹ ਚਰਚਾ ਦਾ ਵਿਸ਼ਾ ਬਣਦਾ। ਪਰ ਪਰਮੇਸ਼ਰ ਤੇ ਵੇਖੋ ਆਦਿ ਹੈ, ਪਤਾ ਹੀ ਨਹੀਂ ਵੀ ਉਹ ਕਦੋਂ ਦਾ ਹੈ। ਆਦਿ ਮਹਾਰਾਜ ਨੇ ਤਾਂ ਲਿਖਿਆ, ਇੱਥੇ ਇਹ ਵੀ ਲਿਖ ਸਕਦੇ ਸਨ ਵੀ ਇੰਨੇ 1000 ਸਾਲ ਪਹਿਲਾਂ ਵਾਲਾ ਇੰਨਾ ਪੁਰਾਣਾ ਹੈ ਵਾਹਿਗੁਰੂ। ਆਦਿ ਲਿਖ ਦਿੱਤਾ, ਭਾਵ ਕਿ ਉਸ ਵਾਹਿਗੁਰੂ ਦਾ ਪਤਾ ਹੀ ਨਹੀਂ ਕਿਸੇ ਨੂੰ, ਉਹ ਸਾਰਿਆਂ ਦਾ ਮੁੱਢ ਰੂਪ ਹੈ, ਪਰ ਉਸ ਮਾਲਕ ਦੇ ਬਾਰੇ ਕਿਸੇ ਨੂੰ ਕੋਈ ਪੂਰਨ ਗਿਆਨ ਨਹੀਂ ਹੈ।
ਵੀ ਵਾਹਿਗੁਰੂ ਜਿਹੜਾ ਹੈ ਉਹ ਕਦੋਂ ਪ੍ਰਗਟ ਹੋਇਆ ਹੈ। ਸੋ ਇਸ ਕਰਕੇ ਆਦਿ ਕਿਹਾ ਹੈ ਮਹਾਰਾਜ ਨੇ। ਕਹਿੰਦੇ ਜੋ ਆਦਿ ਹੈ ਸਾਰਿਆਂ ਦਾ ਮੁੱਢ ਰੂਪ ਹੈ, ਜੁਗਾਦ ਜੁਗਾਂ ਜੁਗਾਂ ਦੇ ਵਿੱਚ ਰੱਖਦਾ, ਸਦਾ ਹੀ ਆਪਣੇ ਪਿਆਰਿਆਂ ਦੀ ਭਗਤਾਂ ਦੀ ਉਹੀ ਰੱਖਿਆ ਕਰਦਾ ਹੈ। ਜਿਸ ਵਾਹਿਗੁਰੂ ਦਾ ਨਾਮ ਸੱਚਾ ਹੈ ਤੇ ਕਰਤਾਰ ਜੀ ਦੇ ਹੱਥ ਦੇ ਵਿੱਚ ਸਾਰਿਆਂ ਦੀ ਰੋਜੀ ਸਵਾਸਾਂ ਦੀ ਡੋਰ ਫੜੀ ਹੋਈ ਹੈ। ਵਾਹਿਗੁਰੂ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਕੋਈ ਨਹੀਂ ਜਾਣ ਸਕਦਾ। ਜਿੰਨਾ ਚਿਰ ਪ੍ਰਾਪਤ ਨਹੀਂ ਹੋਇਆ ਉਹਨਾਂ ਚਿਰ ਬੰਦਾ ਯਤਨ ਕਰਦਾ ਹੈ, ਪਰ ਜਿਨ੍ਹਾਂ ਕਮਾਈ ਕੀਤੀ ਹੈ, ਜਦੋਂ ਕਮਾਈ ਕਰਕੇ ਵਾਹਿਗੁਰੂ ਦੇ ਵਿੱਚ ਮਿਲ ਜਾਂਦੇ ਨੇ ਫਿਰ ਥੋੜ੍ਹਾ ਆ ਕੇ ਦੱਸ ਸਕਦੇ ਨੇ ਵੀ ਪਰਮੇਸ਼ਰ ਕਿੱਡਾ ਹੈ। ਜਿਵੇਂ ਲੂਣ ਦੀ ਡਲੀ ਕਹਿੰਦੇ ਸਮੁੰਦਰ ਦਾ ਅੰਤ ਲੈਣ ਗਈ ਤੇ ਸਮੁੰਦਰ ਦਾ ਹੀ ਰੂਪ ਹੋ ਕੇ ਰਹਿ ਗਈ, ਫਿਰ ਉਹ ਕਿੱਥੇ ਆ ਕੇ ਦੱਸੂ ਵੀ ਕਿ ਐਡਾ ਕੁ ਸਮੁੰਦਰ ਹੈ, ਐਡਾ ਕੁ ਜਿਹੜਾ ਸਮੁੰਦਰ ਡੂੰਘਾ ਹੈ, ਇੰਨਾ ਕੁ ਪਾਣੀ ਹੈ। ਇਵੇਂ ਵਾਹਿਗੁਰੂ ਦਾ ਨਾਮ ਜਪਦਿਆਂ ਵਾਹਿਗੁਰੂ ਵਿੱਚ ਹੀ ਮਿਲ ਗਏ ਨੇ ਜਿਹੜੇ, ਉਹ ਮਾਲਕ ਦੀ ਪ੍ਰਾਪਤੀ ਦੀ ਕੀਮਤ ਨਹੀਂ ਆ ਕੇ ਦੱਸ ਸਕਦੇ ਵੀ ਆਹ ਮੁੱਲ ਤੇ ਮੈਨੂੰ ਮਿਲਿਆ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਮੁੱਲ ਕੀਮਤ ਨਹੀਂ ਕਹੀ ਜਾ ਸਕਦੀ, ਤੇ ਕੋਈ ਵੀ ਉਸ ਵਾਹਿਗੁਰੂ ਦੀ ਸ਼ਕਤੀ ਨੂੰ ਤੋਲਣਹਾਰ ਨਹੀਂ ਹੈ, ਕੋਈ ਤੋਲ ਨਹੀਂ ਸਕਦਾ। ਜਿਵੇਂ ਹਰ ਇੱਕ ਚੀਜ਼ ਆਪਾਂ ਤੋਲ ਲੈਂਦੇ ਹਾਂ, ਕੁਝ ਚੀਜ਼ਾਂ ਵੱਟਿਆਂ ਨਾਲ ਤੋਲ ਲੈਂਦੇ ਹਾਂ ਤੇ ਕਈ ਚੀਜ਼ਾਂ ਆਪਾਂ ਆਪਣੀ ਬੁੱਧ ਨਹੀਂ ਤੋਲ ਲੈਂਦੇ ਹਾਂ। ਜਿਹਨੇ ਵੱਟਿਆਂ ਨਾਲ ਤੋਲਦੇ ਰਹਿੰਦੇ ਨੇ ਉਹਨਾਂ ਨੂੰ ਇੰਨਾ ਅੰਦਾਜ਼ਾ ਹੋ ਜਾਂਦਾ, ਅੱਖਾਂ ਨਾਲ ਵੇਖ ਕੇ ਕਹਿ ਦਿੰਦੇ ਵੀ ਇੰਨੇ ਕੁ ਕੁਇੰਟਲ ਹੈ, ਇੰਨੇ ਕੁ ਕਿਲੋ ਹੋਊਗਾ। ਜਿਹੜੀ ਮਿਣਤੀ ਕਰਨ ਵਾਲੇ ਉਹ ਕਹਿੰਦੇ ਵੀ ਇੰਨੇ ਕੁ ਮੀਟਰ ਹੋਊਗਾ, ਪਰ ਉਹ ਪਰਮੇਸ਼ਰ ਜਿਹੜਾ ਹੈ ਨਾ ਉਹਨੂੰ ਕੋਈ ਤੋਲ ਨਹੀਂ ਸਕਦਾ। ਆਪਣੀ ਬੁੱਧ ਨੂੰ ਭਾਵੇਂ ਕਹਿੰਦੇ ਵੀ ਤੱਕੜੀ ਬਣਾ ਲਓ, ਤੇ ਜਿੰਨਾ ਵੀ ਦੁਨੀਆ ਦਾ ਗਿਆਨ ਹੈ ਉਹ ਗਿਆਨ ਦੇ ਆਪਣੀ ਨੌਲੇਜ ਦੇ ਵੱਟੇ ਬਣਾ ਲਓ। ਜਿੰਨੀ ਮਰਜ਼ੀ ਤੁਹਾਨੂੰ ਵਿਗਿਆਨ ਸਾਇੰਸ ਫਿਲਾਸਫੀ ਆਉਂਦੀ ਹੋਵੇ, ਜਿੰਨੀ ਮਰਜ਼ੀ ਪੜ੍ਹਾਈ ਹੋਵੇ, ਇਹ ਸਮਝ ਲਓ ਵੀ ਵੱਟੇ ਨੇ। ਜਿਵੇਂ ਵੱਟੇ ਇੱਕ ਬੰਨੇ ਰੱਖੀ ਦੇ ਨਾ ਤੱਕੜੀ ਦੇ, ਤੇ ਦੂਜੇ ਪਾਸੇ ਪਦਾਰਥ ਪਾਇਆ ਹੋਵੇ, ਤੋਲ ਕੇ ਦੱਸ ਦਈ ਨਾ ਇੰਨਾ ਕੁ ਭਾਰਾ ਹੈ। ਮਹਾਰਾਜ ਕਹਿੰਦੇ ਕੁੱਲ ਦੁਨੀਆ ਦੀ ਸਿਆਣਪ ਇਕੱਠੀ ਕਰਕੇ ਇੱਕ ਪੱਲੇ 'ਚ ਪਾ ਲਓ, ਤੇ ਦੂਜੇ ਪਾਸੇ ਆਖੋ ਵੀ ਅਸੀਂ ਵਾਹਿਗੁਰੂ ਬਾਰੇ ਤੋਲ ਕੇ ਦੱਸ ਦਾਂਗੇ ਵੀ ਕਿੱਡਾ ਕੁ ਵੱਡਾ ਹੈ। ਨਹੀਂ ਤੋਲਿਆ ਜਾਂਦਾ, ਕੋਈ ਤੋਲਣ ਵਾਲਾ ਹੋਇਆ ਹੀ ਨਹੀਂ ਹੈ ਪਰਮੇਸ਼ਰ ਨੂੰ। ਹਾਂ, ਮਨ ਤਨ ਅੰਤਰ ਵਸ ਰਹੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹ ਐਸਾ ਬੇਅੰਤ ਹੈ ਵੀ ਮਨ ਅਤੇ ਤਨ ਦੇ ਅੰਤਰ ਜਿੰਨੇ ਵੀ ਜੀਵ ਨੇ ਨਾ ਆਪਾਂ ਸੰਸਾਰ, ਮਨ ਦੇ ਅੰਦਰ ਵੀ ਉੱਦਾਂ ਦਾ ਵਿਆਪਕ ਰੂਪ ਹੋਣ ਕਰਕੇ ਹੈ ਨਾ, ਬਸ ਪ੍ਰਗਟ ਰੂਪ ਹੀ ਕਿਸੇ ਕਿਸੇ ਦੇ ਅੰਦਰ ਵਸਦਾ ਹੈ। ਵਿਆਪਕ ਰੂਪ ਹੋਣ ਕਰਕੇ ਸਭ ਜੀਵਾਂ ਦੇ ਮਨ ਤਨ ਦੇ ਅੰਤਰ ਵਸ ਰਹੇ, ਅੰਦਰ ਵਾਹਿਗੁਰੂ ਜੀ ਵਸ ਰਹੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਕੋਈ ਸ਼ੁਮਾਰ ਨਹੀਂ, ਕੋਈ ਗਿਣਤੀ ਨਹੀਂ ਉਹਦੇ ਗੁਣਾਂ ਦੀ ਕੋਈ ਕਰ ਸਕਦਾ। ਉਹ ਬੇਅੰਤ ਬੇਸ਼ੁਮਾਰ ਹੈ ਪਰਮੇਸ਼ਰ। ਰਾਤ ਤੇ ਦਿਨ ਬਾਣੀ ਦਾ ਨਾਮ ਹੀ ਹੈ ਨਾ, ਦਿਨ ਰਹਿਣ। ਤੇ ਮਹਾਰਾਜ ਨੇ ਉਹ ਸ਼ਬਦ ਵਰਤਿਆ ਵੀ ਜਿਹੜੇ ਸਭ ਦਿਨ ਤੇ ਸਭ ਰਾਤਾਂ ਜਿਹੜੇ ਵਾਹਿਗੁਰੂ ਨੂੰ ਸੇਵਦੇ ਚੇਤੇ ਕਰਦੇ ਹਨ ਅੱਠੇ ਪੈਰ, ਉਹਨਾਂ ਤੋਂ ਕਹਿੰਦੇ ਅਸੀਂ ਸਦਾ ਬਲਿਹਾਰ ਕੁਰਬਾਨ ਸਦਕੇ ਜਾਣੇ ਹਾਂ ਗੁਰਸਿੱਖਾਂ ਦੇ। ਸੰਤ ਆਰਾਧਨ ਸਦ ਸਦਾ, ਜਿਹੜੇ ਸ਼ਾਂਤ ਸਰੂਪ ਰੱਬ ਦੇ ਪਿਆਰੇ ਉਹ ਸਦਾ ਹੀ ਸਦਾ ਸਦੀਵ ਕਾਲ ਵਾਹਿਗੁਰੂ ਦਾ ਆਰਾਧਨ ਕਰਦੇ ਰਹਿੰਦੇ ਹਨ। ਕਿਸ ਵਾਹਿਗੁਰੂ ਨੂੰ ਸਿਮਰਦੇ ਨੇ ਜਿਹੜਾ ਮਾਲਕ ਸਾਰਿਆਂ ਦਾ ਹੈ ਤੇ ਸਭ ਨੂੰ ਬਖਸ਼ਿੰਦ ਬਖਸ਼ਣ ਵਾਲਾ, ਸ਼ਰਨ ਆਇਆਂ ਨੂੰ ਬਖਸ਼ ਲੈਂਦਾ ਏ। ਜਿਸ ਵਾਹਿਗੁਰੂ ਨੇ ਸਾਡਾ ਇਹ ਸੂਖਮ ਸਰੀਰ ਤੇ ਇਹਦੇ ਰਹਿਣ ਦੇ ਲਈ ਪਿੰਡ ਸਥੂਲ ਸਰੀਰ ਪੰਜਾਂ ਤੱਤਾਂ ਦੁਆਰਾ ਸਾਜਿਆ ਹੈ। ਹਾਂ, ਇੱਥੇ ਜਿਹੜਾ ਪਾਠ ਲਿਖਿਆ ਨਾ ਦਤੀਨ ਜਿੰਦ ਲਿਖਿਆ ਹੈ। ਕਈ ਸਰੂਪਾਂ ਜਿਵੇਂ ਦਤੀਨ, ਦੱਦੇ ਨੂੰ ਸਿਹਾਰੀ, ਤੱਤੇ ਨੂੰ ਬਿਹਾਰੀ ਤੇ ਨੰਨੇ ਨੂੰ ਔਂਕੜ, ਪਰ ਜੋ ਮੁੱਖ ਪਾਠ ਹੈ ਦਿੱਤੀਨ, ਐੜਾ ਲੱਗਦਾ ਹੈ। ਇਹ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਦਤੀਨ ਇੱਦਾਂ ਹੀ ਪਾਠ ਲਿਖਿਆ ਹੈ। ਜਿਹੜੇ ਗੁਰਬਾਣੀ ਸੰਬੰਧੀ ਗਿਆਨ ਰੱਖਣ ਦੇ ਲਈ ਭਾਵਨਾ ਰੱਖਦੇ ਉਹਨਾਂ ਲਈ ਆਏ। ਆਮ ਲੋਕ ਜਿਨ੍ਹਾਂ ਨੂੰ ਨਹੀਂ ਬਾਣੀ ਨਾਲ ਮਤਲਬ, ਕੋਈ ਐੜਾ ਲੱਗੇ ਨਾ ਲੱਗੇ,
ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਐੜੇ ਤੋਂ ਬਿਨਾਂ ਹੈ ਦਤੀਨ, ਜਦ ਕਿ ਵੈਸੇ ਸ਼ੁੱਧ ਪਾਠ ਦਿੱਤੀਆਂ ਨਾ, ਦੱਦੇ ਨੂੰ ਸਿਹਾਰੀ, ਤੱਤੇ ਵਿਹਾਰੀ, ਐੜਾ ਤੇ ਨੰਨਾ, ਦਿੱਤੀਆਂ ਨਾ, ਇਸ ਤਰ੍ਹਾਂ ਸ਼ੁੱਧ ਪਾਠ ਹੈ। ਅਤੇ ਇਹੀ ਪਾਠ ਜੇ ਕੋਈ ਬਾਣੀ ਪੜ੍ਹਨ ਦੀ ਭਾਵਨਾ ਰੱਖਦਾ ਹੈ ਵੀ ਇੱਦਾਂ ਨਾਮ ਵੀ ਚੇਤੇ ਰਹੇ, ਤੇ ਬਾਅਦ ਵਿੱਚ ਪੁੱਛ ਸਕਦਾ ਜਦੋਂ ਚਿੱਤ ਕਰੇ, ਅਤੇ ਉਹ ਯਾਦ ਹੀ ਕਰ ਲੈਣਾ। ਹੁਣ ਭਾਈ ਸਾਹਿਬ ਨੇ ਪੜ੍ਹਿਆ, ਇਹਨਾਂ ਯਾਦ ਕੀਤਾ ਤਾਂ ਹੀ ਉਹ ਪੜ੍ਹ ਦਿੱਤਾ ਐੜਾ, ਉਹ ਸੰਥਿਆ ਕੀਤੀ, ਪਕਾਈ, ਅਤੇ ਜੇ ਨਾ ਪਕਾਇਆ ਹੋਵੇ ਫਿਰ ਉਹ ਬੰਦਾ ਉਸੇ ਤਰ੍ਹਾਂ ਪੜ੍ਹ ਜਾਂਦਾ। ਕਈ ਵਾਰ ਸੰਥਿਆ ਦਾ ਇਹੀ ਹੁੰਦਾ ਵੀ ਕਈ ਵਾਰ ਕਈ ਚੀਜ਼ਾਂ ਪਕਾਉਣੀਆਂ ਪੈਂਦੀਆਂ ਨੇ, ਅੱਖਰ ਦਾ ਕੋਈ ਐਂਕੜ ਦਲੈਂਕੜ ਦਾ ਫਰਕ ਲਿਖਤ ਵਿੱਚ ਆ ਜਾਂਦਾ ਹੈ। ਸੋ ਦਮਦਮੇ ਸਾਹਿਬ ਵਾਲਾ ਜਿਹੜਾ ਮੁੱਖ ਪਾਠ ਜੋ ਕਲਗੀਧਰ ਸਾਹਿਬ ਨੇ ਸਰੂਪ 'ਚ ਲਿਖਾਇਆ, ਉਹ ਦਿੱਤੀਆਂ ਨਹੀਂ ਜਾਣਨਾ, ਇਹ ਸ਼ੁੱਧ ਪਾਠ ਹੈ। ਇਹ ਤੋਂ ਫਿਰ ਪੜ੍ਹ ਦੋ। ਉਸ ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਸਭ ਜੀਵਾਂ ਦੇ ਤਾਈਂ ਦਿੱਤੀਆਂ ਜਿੰਦ, ਜਿੰਦ ਦੇਣਾ ਕੀਤੀ, ਭਾਵ ਸਾਰਿਆਂ ਨੂੰ ਜਿੰਦ ਗਾਨੀ ਪਰਮੇਸ਼ਰ ਨੇ ਬਖਸ਼ੀ ਹੈ। ਗੁਰੂ ਦੇ ਸ਼ਬਦ ਦੁਆਰਾ ਉਸ ਪਰਮੇਸ਼ਰ ਦਾ ਸਦਾ ਆਰਾਧਨ ਕਰੀਏ ਭਾਈ, ਜਿਹਨੇ ਜਿੰਦ ਜਾਨ ਬਖਸ਼ੀ ਹੈ। ਅਤੇ ਨਿਰਮਲ ਜੋ ਕਿਸੇ ਤਰ੍ਹਾਂ ਦੀ ਮੈਲ ਤੋਂ ਰਹਿਤ ਹੈ, ਭਾਵ ਨਿਰਮਲ ਜੋ ਸ਼ੁੱਧ ਸਰੂਪ ਵਾਹਿਗੁਰੂ ਹੈ, ਉਹਦਾ ਜਿਹੜਾ ਮੰਤ ਹੈ ਗੁਰਬਾਣੀ ਰੂਪੀ, ਕਹਿੰਦੇ ਵੀ ਮੰਤਰ ਉਪਦੇਸ਼ ਨੂੰ ਜਪਣਾ ਚਾਹੀਦਾ ਹੈ। ਨਿਰਮਲ ਹੈ, ਨਿਰਮਲ ਤਾਂ ਕਿਹਾ ਵੀ ਕੋਈ ਲਾਲਚ ਨਹੀਂ ਹੈ ਵੀ ਤੈਨੂੰ 72 ਹੂਰਾਂ ਮਿਲਣਗੀਆਂ, ਤੈਨੂੰ ਆਹ ਦੇਵਾਂਗੇ। ਕਹਿੰਦੇ ਬਸ ਨਾਮ ਜਪ ਤੇਰਾ ਫਰਜ਼ ਬਣਦਾ ਹੈ, ਸੁੱਖ ਤਾਂ ਆਪੇ ਹੀ ਮਿਲ ਜਾਂਦੇ ਨੇ ਸਾਰੇ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਜੋ ਨਿਰਮਲ ਸ਼ੁੱਧ ਸਰੂਪ ਪਰਮੇਸ਼ਰ ਹੈ, ਉਹਦੇ ਬਖਸ਼ੇ ਹੋਏ ਮੰਤਰ ਉਪਦੇਸ਼ ਨੂੰ ਗੁਰਾਂ ਦੁਆਰਾ ਜਪਦੇ ਰਹੀਏ। ਵਾਹਿਗੁਰੂ ਦੀ ਪ੍ਰਾਪਤੀ ਦੀ, ਉਹਦੇ ਗੁਣਾਂ ਦੀ ਕੀਮਤ, ਭਾਵ ਉਹਦਾ ਅੰਤ ਕਿਹਾ ਨਹੀਂ ਜਾ ਸਕਦਾ ਕਿਸੇ ਪਾਸੋਂ। ਉਹ ਵਾਹਿਗੁਰੂ ਬੇਅੰਤ ਅੰਤ ਤੋਂ ਰਹਿਤ ਸਰੂਪ ਹੈ। ਉਹ ਨਾਰਾਇਣ ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ, ਜੋ ਸਾਰਿਆਂ ਨਰਾਂ ਦੇ ਵਿੱਚ ਆਇਆ ਹੋਇਆ ਹੈ, ਸਭ ਨਰਾਂ ਦਾ ਨਿਯੰਤਾ ਰੂਪ ਹੈ, ਜੋ ਸਭ ਦਾ ਘਰ ਹੈ, ਜਿੱਥੋਂ ਸਭ ਪੈਦਾ ਹੁੰਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਐਸੇ ਨਾਰਾਇਣ ਪਰਮੇਸ਼ਰ ਨੂੰ ਜਿਹਨੇ ਜਪਿਆ ਹੈ, ਜਿਸ ਮਨ ਵਸੈ ਨਾਰਾਇਣੋ, ਜਿਹਦੇ ਮਨ 'ਚ ਨਾਰਾਇਣ ਵਸਦਾ, ਸਦਾ ਵਸਦਾ ਦੇ ਸਾਰਿਆਂ ਦੇ ਅੰਦਰ ਹੈ, ਭਾਵ ਕਿ ਜਿਹੜੇ ਚੇਤੇ ਰੱਖਦੇ ਹਨ ਮਨ ਵਿੱਚ ਸਦਾ ਵਾਹਿਗੁਰੂ ਨੂੰ, ਉਹ ਪੁਰਖ ਭਗਵੰਤ ਭਾਗਾਂ ਵਾਲਾ ਕਹੀਏ। ਭਾਗਾਂ ਵਾਲਾ ਹੀ ਕਿਉਂ, ਉਹਨੂੰ ਭਗਵੰਤ ਰੱਬ ਦਾ ਰੂਪ ਹੀ ਕਹੀਏ ਜਿਹਨੇ ਨਾਮ ਜਪਿਆ ਹੈ। ਮਹਾਰਾਜ ਅੱਗੇ ਬੇਨਤੀ ਕਰੀਏ, ਮਹਾਰਾਜ ਸਾਡੇ ਜੀਆਂ ਦੀ ਜਿਹੜੀ ਲੋਚਾ ਹੈ ਉਹ ਪੂਰੀ ਕਰ ਦਿਓ, ਆਪ ਇੱਛਾ ਪੂਰੀ ਕਰਿਓ। ਉਹ ਇੱਛਾ ਇਹ ਹੈ ਵੀ ਜੋ ਕੰਤ ਸਾਡੇ ਸਿਰ ਦਾ ਮਾਲਕ ਸੁਆਮੀ ਪਤੀ ਵਾਹਿਗੁਰੂ ਹੈ, ਉਹ ਸਾਨੂੰ ਪ੍ਰਾਪਤ ਹੋ ਜਾਵੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਅਸੀਂ ਤਾਂ ਹਰੀ ਪਰਮੇਸ਼ਰ ਨੂੰ ਹੀ ਜਪ ਜਪ ਕੇ ਜਿਉਂਦੇ ਆ, ਉਹ ਤੋਂ ਬਿਨਾਂ ਤੇ ਸਾਨੂੰ ਕੁਝ ਹੋਰ ਚੰਗਾ ਹੀ ਨਹੀਂ ਲੱਗਦਾ। ਤੇ ਜਿਹੜੇ ਵੀ ਵਾਹਿਗੁਰੂ ਨੂੰ ਜਪ ਜਪ ਜਿਉਂਦੇ ਨੇ, ਉਹਨਾਂ ਦੇ ਸਾਰੇ ਹੀ ਦੋਖ ਹੰਤ ਕੀ ਹੈ ਵੀ ਨਾਸ ਹੋ ਜਾਂਦੇ ਨੇ। ਜਿਹੜੇ ਵਾਹਿਗੁਰੂ ਨੂੰ ਜਪਦੇ ਜਿਉਂਦੇ ਨੇ, ਭਾਵ ਨਾਮ ਜਪਦਿਆਂ ਸਾਹ ਲੈਂਦੇ, ਉਹਨਾਂ ਦੇ ਸਾਰੇ ਪਿਛਲੇ ਦੋਖ ਨਾਸ ਹੋ ਜਾਂਦੇ ਨੇ, ਪਾਪ। ਦਿਨ ਰਹਿਣ ਸਭ ਰਾਤ ਦਿਨ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨਹੀਂ ਵਿਸਰਦਾ ਭੁੱਲਦਾ, ਉਹ ਜੰਤੋ ਜੀਵ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ, ਆਨੰਦ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦਾ ਹੈ। ਉਹ ਖੁਸ਼ੀਆਂ ਖੇੜੇ ਦੀ ਹਰਿਆਵਲਤਾ ਦੇ ਸਹਿਤ ਹੁੰਦਾ ਏ। ਹੇ ਪ੍ਰਭੂ ਪਾਤਸ਼ਾਹ ਜੀ, ਆਪ ਸਰਬ ਕਲਾ ਸਮਰਾਥੋ, ਹਰ ਥਾਂ ਦੇ ਉੱਤੇ ਪਰਿਪੂਰਨ ਵਾਹਿਗੁਰੂ। ਮੈਂ ਨਿਮਾਣੀ ਦਾ ਥਾਂ ਤਾਂ ਤੁਸੀਂ ਹੋਈ ਹੋ, ਮੇਰਾ ਤੇ ਆਸਰਾ ਮਹਾਰਾਜ ਤੂੰ ਹੀ ਹੈ, ਤੇਰੇ ਬਿਨਾ ਮੇਰਾ ਕੋਈ ਸਹਾਰਾ ਨਹੀਂ। ਹੇ ਹਰੀ ਪਾਤਸ਼ਾਹ ਜੀ, ਅਸੀਂ ਮਨ ਦੇ ਅੰਦਰੇ ਅੰਦਰ ਤੁਹਾਡੀ ਓਟ ਗਹੀ ਗ੍ਰਹਿਣ ਕੀਤੀ। ਜਿਵੇਂ ਇੱਥੇ ਅੰਦਰੇ ਲਿਖਿਆ ਨਾ, ਕਈ ਥਾਵਾਂ ਤੇ ਅੰਤਰੇ ਪਾਠ ਵੀ ਲਿਖਿਆ ਹੁੰਦਾ, ਪਰ ਸ਼ੁੱਧ ਅੰਦਰੇ ਇੱਥੇ ਲਿਖਿਆ ਇਹ ਸ਼ੁੱਧ ਹੈ। ਹਰ ਓਟ ਗਹੀ ਮਨ ਅੰਦਰੇ,
ਹਰੀ ਪਰਮੇਸ਼ਰ ਜੀ ਅਸੀਂ ਤੁਹਾਡੀ ਹੀ ਓਟ ਆਪਣੇ ਮਨ ਦੇ ਅੰਦਰ ਗ੍ਰਹਿਣ ਕੀਤੀ, ਭਾਵ ਮਨ 'ਚ ਨਿਸ਼ਚਾ ਕੀਤਾ ਹੈ ਵੀ ਤੇਰੇ ਬਿਨਾਂ ਸਾਡਾ ਕੋਈ ਨਹੀਂ ਹੈ। ਮਹਾਰਾਜ ਹਰ ਸਵਾਸ ਦੇ ਨਾਲ ਤੁਹਾਡੇ ਨਾਮ ਨੂੰ ਹੀ ਆਉਂਦੇ ਜਾਂਦੇ ਸਾਹਾਂ ਨਾਲ ਜਪ ਜਪ ਕੇ ਜਿਉਂਦੇ ਹਾਂ ਅਸੀਂ ਤਾਂ। ਇਹ ਬੇਨਤੀ ਏਦਾਂ ਕਰਦੇ ਰਹੋ ਵੀ ਹੇ ਪ੍ਰਭੂ ਸਾਡੇ ਤੇ ਆਪਣੀ ਕਿਰਪਾ ਕਰਦੇ, ਤਰਸੀ ਕਰਦੇ ਮਹਾਰਾਜ, ਰਹਿਮਤ ਕਰਦੇ। ਤੇਰੇ ਜਿਹੜੇ ਨਾਮ ਜਪਣ ਵਾਲੇ ਸੰਤ ਜਨ ਨੇ ਉਹਨਾਂ ਦੀ ਚਰਨ ਧੂੜੀ ਜੀ ਮੈਂ ਸਮਾਇਆ ਰਹਾ, ਭਾਵ ਸੰਗਤ ਵਿੱਚ ਮਿਲ ਕੇ ਬੈਠਾ। ਜਿਵੇਂ ਮਹਾਰਾਜ ਤੂੰ ਸਾਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ, ਜਿਵੇਂ ਤੂੰ ਰੱਖੇ ਉਵੇਂ ਰਹਿਣਾ ਕਰਾਂਗੇ ਅਸੀਂ ਮਹਾਰਾਜ, ਜਿਵੇਂ ਤੂੰ ਰੱਖਦਾ ਸਾਡਾ ਉਵੇਂ ਹੀ ਰਹਿਣਾ ਹੁੰਦਾ ਏ। ਤੇਰਾ ਦਿੱਤਾ ਹੀ ਮਹਾਰਾਜ ਜੀ ਅਸੀਂ ਬਸਤਰ ਪਹਿਨਦੇ ਹਾਂ, ਤੇਰਾ ਦਿੱਤਾ ਬਖਸ਼ਿਆ ਹੋਇਆ ਭੋਜਨ ਹੀ ਮਹਾਰਾਜ ਖਾਂਦੇ ਹਾਂ, ਭਾਵ ਕਿ ਖਾਂਦੇ ਤੇ ਪਹਿਨਦੇ ਵੀ ਤੇਰਾ ਦਿੱਤਾ ਹੀ ਹੈ। ਜੇ ਅੱਗੇ ਨੂੰ ਖਾਵਾਂਗੇ ਤੇ ਪਹਿਨਾਂਗੇ ਉਹ ਵੀ ਤੇਰਾ ਦਿੱਤਾ ਹੀ ਖਾਣਾ ਪਹਿਨਣਾ ਹੈ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਤੇ ਬੇਨਤੀ ਇਹ ਹੈ ਮਹਾਰਾਜ, ਜਦੋਂ ਸਭ ਕੁਝ ਤੂੰ ਹੀ ਸਾਨੂੰ ਬਖਸ਼ਦਾ ਏ ਤਾਂ ਸਾਡੇ ਕੋਲੋਂ ਉਹ ਉਦਮ ਮਹਾਰਾਜ ਜੀ ਤੂੰ ਕਰਾ। ਉਦਮ ਹੁੰਦਾ ਹੈ ਵੀ ਯਤਨ ਕਰਾਉਣਾ, ਉਤਸ਼ਾਹ ਕਰਾਉਣਾ, ਹੱਲਾਸ਼ੇਰੀ ਦੇਣੀ। ਇੱਕ ਕੁਦਮ ਵੀ ਹੁੰਦਾ ਹੈ, ਜਿਵੇਂ ਮਹਾਰਾਜ ਕਹਿੰਦੇ ਨਾ ਕੁਦਮ ਕਰੇ ਪਸ ਪੰਖੀਆ। ਇੱਕ ਕੁਦਮ ਹੁੰਦਾ ਵੀ ਖੋਟਾ ਯਤਨ ਕਰਨਾ, ਗਲਤ ਪਾਸੇ ਠਾਹ ਨੂੰ ਡਿੱਗਣ ਵਾਲਾ ਯਤਨ ਕਰਨਾ। ਇੱਕ ਉਦਮ ਹੁੰਦਾ ਹੈ ਜਿਹੜਾ ਤਾਂ ਨੂੰ ਉੱਠਣ ਵਾਲਾ, ਚੜ੍ਹਦੀ ਕਲਾ ਵਾਲਾ ਯਤਨ ਕਰਨਾ। ਤੇ ਮਹਾਰਾਜ ਉਦਮ ਸੋਈ ਕਰਾਏ ਪ੍ਰਭ, ਹੇ ਪ੍ਰਭੂ ਸਾਡੇ ਕੋਲੋਂ ਉਹੀ ਮਹਾਰਾਜ ਜੀ ਤੂੰ ਉਦਮ ਕਰਾਈ, ਉਹੀ ਯਤਨ ਕਰਾਵੀਂ। ਜਿਸ ਉਦਮ ਦਾ ਸਦਕਾ ਅਸੀਂ ਸਾਧੂਆਂ ਦੀ ਸੰਗਤ 'ਚ ਮਿਲੇ ਰਹੀਏ ਤੇ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ ਮਹਾਰਾਜ, ਇਹ ਉਦਮ ਕਰਾਈ। ਇਹ ਨਾ ਹੋਵੇ ਵੀ ਪੁੱਠਾ ਹੀ ਕੰਮ ਕਰਨ ਲੱਗ ਪਈਏ, ਸਾਧੂਆਂ ਦੀ ਨਿੰਦਾ ਹੀ ਕਰਨ ਲੱਗ ਪਈਏ, ਬਾਣੀ ਪੜ੍ਹਨ ਦਾ ਕੀ ਫਾਇਦਾ, ਇਹੀ ਕੁਝ ਕਹਿਣ ਲੱਗ ਪਈਏ। ਇਹੀ ਕਰਦੇ ਨਾ ਅੱਜ ਕੱਲ੍ਹ ਦੇ ਜ਼ਿਆਦਾ ਪ੍ਰਚਾਰਕ, ਉਹ ਹੈਗੇ ਪ੍ਰਚਾਰਕ ਨੇ ਕਹਿੰਦੇ ਸਾਧੂਆਂ ਦੀ ਹੀ ਨਿੰਦਾ। ਉਹ ਪਖੰਡੀ ਦੀ ਤਾਂ ਗੱਲ ਹੀ ਨਹੀਂ, ਗੁਰਬਾਣੀ ਦਾ ਗੱਲ ਸਾਧੂ ਦੀ ਕਰ ਰਹੀ। ਤੁਸੀਂ ਸਾਧੂ ਵੱਲ ਆਓ ਨਾ, ਸਾਧੂ ਦੇ ਲੱਛਣ ਨੇ ਸਾਧਿਆ ਹੋਇਆ ਜੀਵਨ, ਨਾਮ ਜਪਣ ਵਾਲਾ, ਸਾਧ ਸੰਗਤ। ਤੁਸੀਂ ਗੱਲ ਚੰਗੇ ਦੀ ਕਰੋ, ਹਮੇਸ਼ਾ ਹੀ ਮਾੜੇ ਦੀ ਹੀ ਗੱਲ ਕਰਨੀ। ਇਹਨਾਂ ਨੂੰ ਬਸ ਪਖੰਡੀ ਦਿਖਦੇ ਹੈ ਪਰ ਗੁਰਮੁਖ ਪਿਆਰੇ ਨਹੀਂ ਦਿਖਦੇ। ਤੇ ਗੁਰਬਾਣੀ ਗੁਰਮੁਖਾਂ ਦੀ ਗੱਲ ਕਰਦੀ ਕਿ ਮਹਾਰਾਜ ਵੇਲੇ ਕਦੇ ਪਖੰਡੀ ਹੈ ਨਹੀਂ ਸੀ ਜਿਹੜੇ ਸਾਧ ਬਣੇ ਫਿਰਦੇ ਸੀ, ਤੇ ਪਰ ਹੈ ਪਖੰਡੀ ਸਨ। ਪਰ ਮਹਾਰਾਜ ਨੇ ਹਾਂ ਠੀਕ ਹੈ ਕਿਤੇ ਕਿਤੇ ਇਹ ਪਖੰਡੀਆਂ ਦੀ ਗੱਲ ਕਹੀ, ਪਰ ਜ਼ਿਆਦਾਤਰ ਜ਼ੋਰ ਜਿਹੜਾ ਹੈ ਉਹ ਸਤਿਗੁਰਾਂ ਨੇ ਉੱਤਮ ਪੁਰਖਾਂ ਦੇ ਉੱਤੇ ਹੀ ਦਿੱਤਾ ਹੈ। ਨਿੰਦਕਾਂ ਕੋ ਬਚ ਕੇ ਰਹੇ। ਬੇਨਤੀ ਕਰੇ ਮਹਾਰਾਜ ਉਹ ਉਦਮ ਕਰਾਓ, ਤੇਰੇ ਸਾਧੂਆਂ ਨਾਲ, ਤੇਰੀ ਸਾਧ ਸੰਗਤ ਨਾਲ ਮਿਲੀਏ ਤੇ ਮਿਲ ਕੇ ਕੀ ਕਰੀਏ, ਕਹਿੰਦੇ ਤੇਰੇ ਗੁਣ ਹੀ ਗਾਉਂਦੇ ਰਹੇ, ਤੇਰੀਆਂ ਸਿਫਤਾਂ ਹੀ ਕਰਦੇ ਰਹੀਏ। ਫਿਰ ਬਾਕੀ ਮਹਾਰਾਜ ਤੇਰੇ ਤੋਂ ਬਗੈਰ ਕੋਈ ਦੂਸਰੀ ਹੋਰ ਜਾਏ ਜਿਹੜੀ ਜਗ੍ਹਾ ਹੈ, ਦੂਜੀ ਜਾਏ ਨਾ ਸੁਝਾਈ। ਸੁਝਾਈ ਐ ਖਿੱਚ ਕੇ ਬੋਲਣਾ, ਕਹਿੰਦੇ ਦੂਸਰੀ ਹੋਰ ਕੋਈ ਮਹਾਰਾਜ ਜਗ੍ਹਾ ਸਾਨੂੰ ਸੁਝਦੀ ਓੜਦੀ ਹੋਈ ਨਹੀਂ ਹੈ ਤੇਰੇ ਤੋਂ ਬਗੈਰ। ਕਿੱਥੇ ਜਾ ਕੇ ਮਹਾਰਾਜ ਕੂਕੀਏ ਪੁਕਾਰੀਏ, ਕਿਹਨੂੰ ਜਾ ਕੇ ਆਖੀਏ ਵੀ ਸਾਡਾ ਦੁੱਖ ਦੂਰ ਕਰ, ਸਾਡਾ ਮਸਲਾ ਹੱਲ ਕਰ, ਸਾਡੀ ਬਾਂਹ ਫੜ। ਤੇਰੇ ਬਿਨਾਂ ਕੋਈ ਦੂਜੀ ਜਗ੍ਹਾ ਨਹੀਂ। ਗੁਰੂ ਸਾਹਿਬ ਤਾਂ ਸਾਨੂੰ ਇਹ ਗਿਆਨ ਕਰਾਉਂਦੇ ਆ, ਫਿਰ ਵੀ ਅਸੀਂ ਜਾਣ ਕੇ ਹੀ ਲੋਕਾਂ ਅੱਗੇ ਹੱਥ ਜੋੜਦੇ ਹਾਂ। ਅਗਲਾ ਫਿਰ ਨਰਾਦਰੀ ਕਰਦਾ ਤੇ ਫਿਰ ਰੋਂਦੇ ਆ ਵੀ ਮੈਂ ਉਹਦੇ ਕੋਲ ਗਿਆ, ਉਹਨੇ ਵੇਖੋ ਮੇਰੀ ਗੱਲ ਹੀ ਨਹੀਂ ਮੰਨੀ। ਸਾਹਿਬ ਕਹਿੰਦੇ ਤੂੰ ਗਿਆ ਕੀ ਲੈਣ, ਤੂੰ ਮੇਰੇ ਕੋਲ ਆਖ, ਤੂੰ ਇੱਥੇ ਮੈਨੂੰ ਦੱਸ ਜੋ ਤੇਰਾ ਦੁੱਖ ਹੈ। ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਆਪਣਾ ਦੁੱਖ ਸੋ ਗੁਰੂ ਅੱਗੇ ਦੱਸ, ਮਹਾਰਾਜ ਦੂਰ ਕਰੇਗਾ। ਪਰ ਸਾਡਾ ਕੀ ਹੁੰਦਾ ਹੈ ਵੀ ਮਾੜਾ ਜਾਂ ਮਹਾਰਾਜ ਨੂੰ ਕਹਿਣਾ ਤੇ ਸਾਰਾ ਦਿਨ ਹੋਰ ਕਿਸੇ ਅੱਗੇ ਤਰਲੇ ਕੱਢਦੇ ਰਹਿਣਾ। ਜੇ ਕਹਿਣਾ ਹੈ ਬਾਹਰ, ਸਗੋਂ ਕਹਿੰਦੇ ਮਾੜਾ ਜਿਹਾ ਕਿਸੇ ਨੂੰ ਕਹਿ ਦਿਓ ਵੈਸੇ ਹੀ ਇੱਧਰ ਤਰਲੇ ਕੱਢਦੇ ਰਹੋ ਵੀ ਮਹਾਰਾਜ ਕਰਨਾ ਤੇ ਤੂੰ ਹੈ, ਤੇ ਤੇਰੇ ਤੋਂ ਬਿਨਾਂ ਕਿਹਨੇ ਕਰਨਾ। ਫਿਰ ਮਹਾਰਾਜ ਆਪੇ ਬਾਂਹ ਮਰੋੜ ਕੇ ਕੰਮ ਕਰਾ ਦਿੰਦੇ ਜੇ ਗੁਰੂ ਵਾਲੇ ਬਣਾਂਗੇ ਤਾਂ। ਜਦੋਂ ਗੁਰੂ ਦੇ ਸੁੱਟ ਦਾਂਗੇ ਨਾ ਮਹਾਰਾਜ ਹੁਣ ਤੇ ਤੂੰ ਹੀ ਕਰਨਾ, ਤੇਰੇ ਬਿਨਾਂ ਕੁਝ ਨਹੀਂ ਹੈ। ਤੇ ਇਕੱਲਾ ਇੰਨਾ ਕਹਿਣਾ ਹੀ ਨਹੀਂ ਆ, ਨਾਲ ਨਾਮ ਜਪਣਾ, ਬਾਣੀ ਪੜ੍ਹਨੀ, ਅਰਦਾਸਾਂ ਕਰੀ ਜਾਣੀਆਂ, ਸਿਮਰਨ ਕਰੀ ਜਾਣਾ।
ਫਿਰ ਜਿਹੜਾ ਵੀ ਅੜਦਾ ਹੋਵੇਗਾ ਵਾਹਿਗੁਰੂ ਉਹਦੀ ਧੌਣ 'ਤੇ ਗੋਡਾ ਰੱਖ ਕੇ ਵੀ ਭਗਤਾਂ ਦੇ ਕੰਮ ਸਵਾਰ ਦਿੰਦਾ। ਪਰਮੇਸ਼ਰ ਐਸਾ ਏ, ਉਹ ਆਪ ਕਾਰਜ ਸਵਾਰ ਦਿੰਦਾ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਸਾਨੂੰ ਤੇਰੇ ਬਿਨਾਂ ਦੂਜੀ ਜਗ੍ਹਾ ਨਹੀਂ ਕੋਈ ਦਿਖਦੀ ਜਿੱਥੇ ਜਾ ਕੇ ਕੂਕੀਏ। ਕੂਕ ਕਰਨੀ ਹੁੰਦੀ ਹੈ, ਪੁਕਾਰ ਕਰਨੀ, ਉੱਚੀ ਕੂਕ ਦੇ ਮਾਰ ਕੇ ਨਾ। ਪਹਿਲਾਂ ਪਚਾਦੇ ਲੋਕ ਪੁਕਾਰਾਂ ਕਰਦੇ, ਪਹਿਲਾਂ ਉੱਚੀ ਦੇਣੀ, ਉਹਨਾਂ ਕੂਕਣਾ। ਜਿਵੇਂ ਕਿਸੇ ਦਾ ਧਿਆਨ ਖਿੱਚਣ ਦੇ ਲਈ ਉੱਚੀ ਆਵਾਜ਼ ਮਾਰ ਲੈਣੀ ਅਤੇ ਫਿਰ ਆਪਣੀ ਗੱਲ ਕਹਿਣੀ। ਜਿਵੇਂ ਕਹਿੰਦੇ ਨਾ ਸੁਣੋ ਸੁਣੋ ਸੁਣੋ, ਫਿਰ ਆਪਣੀ ਗੱਲ ਦੱਸਦੇ ਹੈ। ਇਸ ਤਰ੍ਹਾਂ ਮਹਾਰਾਜ ਕਿਹਦੇ ਅੱਗੇ ਜਾ ਕੇ ਅਸੀਂ ਪੁਕਾਰਾਂ ਪਾਈਏ, ਕਿਹਦੇ ਅੱਗੇ ਜਾ ਕੇ ਕੂਕੀਏ, ਕਿਹਨੂੰ ਜਾ ਕੇ ਦੁੱਖ ਦੱਸੀਏ? ਤੇਰੇ ਬਿਨਾਂ ਕੋਈ ਹੋਰ ਜਗ੍ਹਾ ਨਹੀਂ ਦਿਖਦੀ। ਅਗਿਆਨ ਵਿਨਾਸ਼ਨ, ਮਹਾਰਾਜ ਤੁਸੀਂ ਅਗਿਆਨਤਾ ਦੇ ਹਨੇਰੇ ਨੂੰ ਵਿਨਾਸ਼ਨ, ਨਾਸ਼ ਕਰਨ ਵਾਲੇ ਹੋ। ਤਮ ਹਰਨ, ਸੂਰਜ ਦੀ ਨਿਆਈ ਪ੍ਰਕਾਸ਼ਣ ਵਾਲੇ ਹੋ। ਉਵੇਂ ਤਮ ਨਾਮ ਹਨੇਰੇ ਦਾ ਹੁੰਦਾ, ਪਰ ਇੱਥੇ ਮੁੱਖ ਅਰਥ ਵਿੱਚ ਤਮ ਹਰਨ ਤੋਂ ਭਾਵ ਵੀ ਸੂਰਜ ਦੀ ਨਿਆਈ ਪ੍ਰਕਾਸ਼ ਕਰਨ ਵਾਲੇ ਹੋ। ਜਾਂ ਅਗਿਆਨ ਵਿਨਾਸ਼ਨ, ਅਗਿਆਨਤਾ ਦਾ ਜਿੱਥੇ ਮਹਾਰਾਜ ਤੁਸੀਂ ਨਾਸ਼ ਕਰਦੇ ਹੋ, ਉੱਥੇ ਭਰਮ ਭੁਲੇਖੇ ਰੂਪੀ ਹਨੇਰੇ ਨੂੰ ਵੀ ਹਰਨ ਨਾਸ਼ ਕਰ ਦਿੰਦੇ ਹੋ। ਉੱਚੇ ਉੱਚਾ ਹੈ ਮਹਾਰਾਜ ਤੂੰ ਤਿੰਨਾਂ ਗੁਣਾਂ ਤੋਂ, ਸਭ ਜਗਤ ਤੋਂ, ਸਭ ਦੇਵਤਿਆਂ ਤੋਂ। ਅਗਮ ਫਿਰ ਸੰਕਲਪਾਂ ਕਰਕੇ ਤੇਰੇ ਤਾਈਂ ਪਹੁੰਚ ਨਹੀਂ, ਤੇ ਅਮਾਓ ਨਾਮ ਹੈ ਮਿਣਤੀ ਤੋਂ ਰਹਿਤ ਹੈ। ਗਜਾਂ ਦੇ ਨਾਲ ਤੂੰ ਮਿਣ ਕੇ ਨਹੀਂ ਦੱਸਿਆ ਜਾ ਸਕਦਾ ਵੀ ਕਿੱਡਾ ਕੁ ਵੱਡਾ ਏ। ਬੇਨਤੀ ਇਹ ਹੈ ਵੀ ਸਾਡਾ ਮਨ ਤੋਂ ਭਾਵ ਜੀਵ, ਮੈਂ ਜੀਵ ਮਹਾਰਾਜ ਤੁਹਾਡੇ ਤੋਂ ਵਿਛੜਿਆ ਹਾਂ। ਮਨ ਸਾਡਾ ਮਹਾਰਾਜ ਤੁਹਾਡੇ ਤੋਂ ਵਿਛੜਿਆ ਏ, ਅਸੀਂ ਜੀਵ ਤੁਹਾਡੇ ਤੋਂ ਵਿਛੜੇ ਹੋਏ ਹਾਂ। ਹਰ ਮੇਲੀ ਹੈ। ਹੇ ਹਰੀ ਵਾਹਿਗੁਰੂ ਸਾਨੂੰ ਆਪਣੇ ਨਾਲ ਮੇਲ ਲੈਣਾ ਕਰੋ ਵਿਛੜਿਆ ਹੋਇਆਂ ਨੂੰ। ਮੇਰਾ ਨਾਨਕ ਦਾ, ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਇਹੀ ਸੁਆਓ ਨਾਮ ਪ੍ਰਯੋਜਨ ਦਾ ਹੈ, ਵੀ ਸਾਡੀ ਤਾਂ ਇਹੀ ਸਵਾਰਥ ਹੈ। ਕੋਈ ਵੀ ਕੋਈ ਕੰਮ ਕਰੇ ਤੇ ਬੰਦਾ ਪੁੱਛਦਾ ਵੀ ਤੇਰਾ ਪ੍ਰਯੋਜਨ, ਤੇਰਾ ਸਵਾਰਥ ਕੀ ਹੈ ਵੀ ਇਹ ਕੰਮ ਪਿੱਛੇ। ਮਹਾਰਾਜ ਕਹਿੰਦੇ ਇੰਨੀਆਂ ਜੋ ਬੇਨਤੀਆਂ ਕੀਤੀਆਂ ਮਹਾਰਾਜ, ਇਹਦੇ ਪਿੱਛੇ ਮੇਰਾ ਇਹੀ ਸਵਾਰਥ ਹੈ ਵੀ ਮੈਨੂੰ ਆਪਣੇ ਨਾਲ ਮਿਲ ਲੈ। ਸਾਡਾ ਇਹੀ ਪ੍ਰਯੋਜਨ ਹੈ, ਸਾਡੇ ਦਿਲ ਦੀ ਤਾਂ ਖਾਹਿਸ਼ ਇਹੀ ਹੈ ਵੀ ਤੇਥੋਂ ਵਿਛੜੇ ਹੈ, ਆਪਣੇ ਨਾਲ ਤੂੰ ਮੇਲ ਲੈਣਾ ਕਰ। ਸਰਬ ਕਲਿਆਣਾ, ਕਹਿੰਦੇ ਸਾਰੇ ਹੀ ਤਰ੍ਹਾਂ ਦੀ ਕਲਿਆਣ, ਸਭ ਮੁਕਤੀਆਂ, ਸਭ ਤਰ੍ਹਾਂ ਦੇ ਸੁੱਖ ਆਨੰਦ ਉਸ ਦਿਨ ਮਹਾਰਾਜ ਸਾਨੂੰ ਪ੍ਰਾਪਤ ਹੋ ਜਾਣਗੇ। ਜਦੋਂ ਹਰੀ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਅਸੀਂ ਪਰਸ ਲਵਾਂਗੇ, ਜਦੋਂ ਹਰੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਜੀ ਦਾ ਓਟ ਆਸਰਾ ਸਾਨੂੰ ਮਿਲ ਜਾਵੇਗਾ, ਉਦੋਂ ਕਹਿੰਦੇ ਸਭ ਤਰ੍ਹਾਂ ਦੀਆਂ ਮੁਕਤੀਆਂ ਵੀ ਵਿੱਚ ਹੀ ਮਿਲ ਜਾਣਗੀਆਂ। ਕਲਿਆਣ ਨਾਮ ਹੁੰਦਾ ਮੁਕਤੀ ਦਾ। ਸਰਬ ਕਲਿਆਣ, ਸਭ ਤਰ੍ਹਾਂ ਦੀਆਂ ਮੁਕਤੀਆਂ, ਸਭ ਸੁੱਖ, ਸਭ ਆਨੰਦ ਤਿਤ ਦਿਨ, ਉਸ ਦਿਨ ਹੀ ਜੀਵ ਨੂੰ ਪ੍ਰਾਪਤ ਹੋ ਜਾਂਦੇ ਹਨ। ਕਿਸ ਦਿਨ? ਹਰ ਪਰਸੀ ਗੁਰ ਕੇ ਪਾਓ। ਹਰੀ ਵਾਹਿਗੁਰੂ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਜਦੋਂ ਕਹਿੰਦੇ ਚਰਨਾਂ ਨੂੰ ਪਰਸ ਲਈਏ, ਜਦੋਂ ਮਹਾਰਾਜ ਨੂੰ ਕਹੀਏ ਬਸ ਪਾਤਸ਼ਾਹ ਹੁਣ ਤੇਰੇ ਚਰਨਾਂ ਦਾ ਹੀ ਸਹਾਰਾ ਹੈ, ਸਾਨੂੰ ਹੋਰ ਕੋਈ ਸਹਾਰਾ ਰਹਿ ਨਹੀਂ ਗਿਆ, ਚਰਨ ਪਰਸਣੇ ਇਹ ਹਨ। ਜਾਂ ਮਹਾਰਾਜ ਕਹਿੰਦੇ ਜਦੋਂ ਮੈਂ ਚਰਨ ਪਰਸਦਾ ਹਾਂ, ਮੈਂ ਤੋਂ ਭਾਵ ਇਹ ਨਹੀਂ ਜਾਣਨਾ ਵੀ ਗੁਰੂ ਅਰਜਨ ਦੇਵ ਸਾਹਿਬ, ਮੈਂ ਤੋਂ ਭਾਵ ਜਗਿਆਸੂ ਕਹਿ ਰਿਹਾ ਹੈ। ਗੁਰੂ ਸਾਹਿਬ ਤਾਂ ਮਿਲੇ ਨੇ ਵਾਹਿਗੁਰੂ ਨਾਲ। ਮੈਂ ਜਦੋਂ ਕਹਿੰਦੇ ਹਰੀ ਵਾਹਿਗੁਰੂ ਦਾ ਸਰੂਪ ਗੁਰਾਂ ਦੇ ਚਰਨ ਪਰਸਦਾ ਹਾਂ, ਉਸੇ ਦਿਨ ਹੀ ਮੇਰੇ ਵਾਸਤੇ ਤਾਂ ਮੁਕਤੀ ਦੀ ਦਾਤ ਪ੍ਰਾਪਤ ਹੋ ਗਈ। ਜਦੋਂ ਮਹਾਰਾਜ ਜੀ ਸ਼ਰਨ ਆ ਗਏ, ਭਾਈ ਬਾਬਾ ਲਹਿਣਾ ਜੀ ਆਪਣੇ ਸੰਗ ਦੇ ਨਾਲ ਜਵਾਲਾ ਜੀ ਦੀ ਯਾਤਰਾ ਲਈ ਜਾਂਦੇ, ਕਹਿੰਦੇ ਕਰਤਾਰਪੁਰੋਂ ਹੋ ਕੇ ਜਾਣਾ ਹੈ। ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਸਾਥੀਆਂ ਨੂੰ ਕਹਿੰਦੇ ਤੁਸੀਂ ਜਾਓ, ਮੇਰੀ ਮੰਜ਼ਿਲ ਆ ਗਈ ਹੈ, ਤੋਂ ਗਾਂਹ ਨਹੀਂ ਮੈਂ ਕਿਤੇ ਜਾਣਾ, ਮੈਨੂੰ ਤਾਂ ਮਿਲ ਗਿਆ ਮੇਰਾ ਮਾਲਕ, ਉਹਦਾ ਦਰ ਛੱਡ ਕੇ ਨਹੀਂ ਕਿਤੇ ਜਾਣਾ। ਇਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਪੈ ਕੇ ਗੁਰੂ ਅੰਗਦ ਸਾਹਿਬ ਬਣ ਗਏ। ਉਦੋਂ ਹੀ ਮੁਕਤੀ ਮਿਲ ਗਈ ਨਾ ਜਦੋਂ ਹੀ ਮਹਾਰਾਜ ਦੇ ਚਰਨ ਪਰਸੇ। ਭਾਵਨਾ ਹੋਵੇ ਤਾਂ ਐਸੀ ਹੋਵੇ ਬੰਦਾ ਦੋਵੇਂ ਪਾਸੇ ਪੈਰ ਰੱਖਦਾ। ਹਾਂ ਠੀਕ ਹੈ, ਪਹਿਲਾਂ ਜਾਂਦੇ ਸੀ ਜਵਾਲਾ ਜੀ ਦੇ, ਹੈਗੇ ਤਾਂ ਚਲੋ ਵੀ ਧਾਰਮਿਕ ਕਰਮ ਨੇ, ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਦਿਨ ਸ਼ਰਨ ਆਏ ਉਦੋਂ ਉੱਥੋਂ ਦੇ ਹੀ ਹੋ ਕੇ ਰਹਿ ਗਏ, ਫਿਰ ਕਿਸੇ ਦੂਜੇ ਦਰ ਵੱਲ ਨਹੀਂ ਵੇਖਿਆ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਗੁਰੂ ਨਾਨਕ ਦੇ ਦਰ 'ਤੇ ਵੀ ਆਉਂਦੇ ਹਾਂ ਅਤੇ ਸਭ ਮੜੀਆਂ ਕਬਰਾਂ ਦੇਵਤਿਆਂ ਦੇ ਦਰ 'ਤੇ ਵੀ ਜਾਂਦੇ ਹਾਂ।
ਦੇਵਤੇ ਕਿਹਨੇ ਬਣਾਏ ਆ? ਜਿੰਨੇ ਵੀ ਦੇਵਤੇ ਆ ਇਹ ਸਾਰੇ ਹੀ ਪਰਮੇਸ਼ਰ ਦੇ ਸਾਧ ਸੰਗਤ ਦਾਸ ਨੇ। ਕਰੋੜਾਂ ਹੀ ਦੇਵਤੇ ਉਸ ਮਾਲਕ ਦੇ ਪੈਰਾਂ ਦੀ ਧੂੜ ਹਨ। ਫਿਰ ਇਹ ਸੋਚੋ ਵੀ ਵੱਡੇ ਨੂੰ ਸਿਮਰਨਾ ਚਾਹੀਦਾ ਕਿ ਛੋਟੇ ਨੂੰ? ਹੋਣਗੇ ਜਿੰਨੇ ਮਰਜ਼ੀ ਪੀਰ, ਜਿੰਨੇ ਮਰਜ਼ੀ ਵੀ ਫਲਾਣੇ ਪੀਰ ਦੀ ਕਬਰ 'ਤੇ ਫਲਾਣੇ ਦੀ ਗਏ, ਫਲਾਣੇ ਦੇਵਤੇ ਨੂੰ ਮੰਨਦੇ। ਮੰਗਲਵਾਰ ਆਇਆ ਕਹਿੰਦੇ ਵੀ ਫਲਾਣੀ ਮਾਤਾ ਦੇ ਅੱਗੇ ਜਾ ਮੱਥਾ ਟੇਕਿਆ, ਕਦੀ ਕਿਸੇ ਨੂੰ ਜਾ ਮਨਾਇਆ, ਕਦੀ ਕਿਸੇ ਕੋਲ ਚਲੇ ਗਏ। ਹਾਂ ਹੋਣਗੇ, ਹੋਊਗੀ ਉਹਨਾਂ ਕੋਲ ਸ਼ਕਤੀ। ਆਪਾਂ ਇਹ ਨਹੀਂ ਕਹਿੰਦੇ ਵੀ ਦੇਵੀ 'ਚ ਕੋਈ ਸ਼ਕਤੀ ਨਹੀਂ ਹੈ, ਉਹਦੇ ਵਿੱਚ ਵੀ ਸ਼ਕਤੀਆਂ ਹਨ, ਪੀਰਾਂ ਵਿੱਚ ਵੀ ਸ਼ਕਤੀਆਂ ਨੇ, ਦੇਵਤੇ ਵੀ ਸ਼ਕਤੀਆਂ ਰੱਖਦੇ ਨੇ। ਇੱਕ ਬੰਦਾ ਜਿਹੜਾ ਕੋਈ MLA ਬਣ ਜੇ ਆਮ ਮਨੁੱਖਾਂ ਨਾਲੋਂ ਸ਼ਕਤੀ ਤਾਂ ਉਹ ਰੱਖਦਾ ਹੈ। ਉਹ ਉੱਪਰ ਜਿਹੜਾ ਬੈਠਾ ਉਹ ਮੰਤਰੀ ਦੀ ਹੋਰ ਸ਼ਕਤੀ ਹੈ। ਫਿਰ ਮੁੱਖ ਮੰਤਰੀ ਉਹ ਤੋਂ ਵੱਡੀ ਤਾਕਤ ਰੱਖਦਾ, ਪ੍ਰਧਾਨ ਮੰਤਰੀ ਉਹ ਤੋਂ ਵੀ ਵੱਡੀ ਤਾਕਤ ਰੱਖਦਾ ਹੈ। ਇਵੇਂ ਇਸ ਤਰ੍ਹਾਂ ਹੈਗੇ ਨੇ ਸ਼ਕਤੀਆਂ ਵਾਲੇ। ਇਹ ਨਹੀਂ ਵੀ ਸ਼ਕਤੀਆਂ ਨਹੀਂ ਕਿਸੇ ਵਿੱਚ, ਪਰ ਇਹ ਸ਼ਕਤੀਆਂ ਸਾਰੀਆਂ ਦਾ ਮਾਲਕ ਕੌਣ ਹੈ? ਇਹ ਵੇਖੋ ਵੀ ਧੁਰਾ ਕਿਹੜਾ ਹੈ, ਹੈੱਡਕੁਆਟਰ ਕਿਹੜਾ ਹੈ। ਇਹ ਤਾਂ ਆਪਾਂ ਕਹਿੰਦੇ ਹਾਂ ਵੀ ਬਿਜਲੀ ਆ, ਫਲਾਣੇ ਬਿਜਲੀ ਘਰੋਂ ਆ ਗਈ, ਵੀ ਤੁਹਾਨੂੰ ਬਿਜਲੀ ਘਰ ਕਿਹੜਾ ਪੈਂਦਾ? ਕੋਈ ਜਿਵੇਂ ਇੱਥੇ ਕਹਿੰਦਾ ਜੀ ਸਾਨੂੰ ਬਟਾਰੀ ਪੈਂਦਾ, ਉਹ ਪੈਂਦਾ ਹੋਊਗਾ, ਪਰ ਬਿਜਲੀ ਆਉਂਦੀ ਕਿੱਥੋਂ ਹੈ? ਉਹ ਤਾਂ ਵੇਖੋ ਨਾ, ਉਹ ਆਉਂਦੀ ਤਾਂ ਜਿਹੜੀ ਧੁਰੋਂ ਹੈ ਨਾ, ਜਿੱਥੋਂ ਆ ਰਹੀ ਉਸ ਪਾਸੇ ਸੋਚੋ ਵੀ ਲਾਈਟ ਆ ਉੱਥੋਂ ਰਹੀ ਹੈ। ਉਹ ਤਾਂ ਅੱਗੇ ਬਸ ਵੰਡ ਰਹੇ ਨੇ। ਇਵੇਂ ਧੁਰੇ ਨਾਲ ਜੁੜਨਾ ਹੈ, ਧੁਰੋਂ ਹੈੱਡਕੁਆਟਰ ਦੇ ਨਾਲ, ਭਾਵ ਵਾਹਿਗੁਰੂ ਦੇ ਚਰਨਾਂ ਨਾਲ। ਦੇਵੀ ਝਾੜੂ ਮਾਰਦੀ ਸੀ ਗੁਰੂ ਨਾਨਕ ਸਾਹਿਬ ਦੇ ਘਰ 'ਚ ਕਰਤਾਰਪੁਰ ਸਾਹਿਬ। ਗੁਰੂ ਅੰਗਦ ਸਾਹਿਬ ਨੇ ਵੇਖ ਕੇ ਪੁੱਛਿਆ ਵੀ ਇਹ ਤੂੰ ਕੌਣ ਹੈ? ਪਹਿਲਾਂ ਬੀਬਾ ਤੂੰ ਕੌਣ ਹੈ? ਉਹਦੇ ਕੱਪੜੇ ਵੇਖ ਕੇ ਸੁਹਾਗਣਾ ਵਾਲੇ ਪੁੱਛਿਆ। ਕਹਿੰਦੇ ਮੈਂ ਦੇਵੀ ਹਾਂ ਵੀ ਜਿਹਨੂੰ ਮੰਨਣ ਤੁਸੀਂ ਜਾਂਦੇ ਸੀ। ਕਹਿੰਦੇ ਫਿਰ ਇੱਥੇ ਕਿਉਂ? ਕਹਿੰਦੀ ਵੀ ਮੈਂ ਗੁਰੂ ਨਾਨਕ ਵਾਹਿਗੁਰੂ ਦਾ ਰੂਪ ਨੇ, ਤੇ ਵਾਹਿਗੁਰੂ ਕੋਲੋਂ ਹੀ ਸਾਨੂੰ ਸ਼ਕਤੀਆਂ ਮਿਲਦੀਆਂ, ਉਹ ਅੱਗੇ ਅਸੀਂ ਵੰਡ ਦਿੰਦੇ ਹਾਂ, ਫਿਰ ਮੁੱਕ ਜਾਂਦੀਆਂ, ਫਿਰ ਲੈ ਜਾਂਦੇ ਹਾਂ, ਫਿਰ ਵੰਡ ਦਿੰਦੇ ਹਾਂ। ਅਤੇ ਜਿਹਦੀਆਂ ਸ਼ਕਤੀਆਂ ਅੱਗੋਂ ਲੈ ਕੇ ਉਧਾਰੀਆਂ ਲੈ ਕੇ ਵੰਡਦਿਆਂ ਮੁੱਕਦੀਆਂ, ਉਹਦੇ ਲੜ ਲੱਗਣ ਦੇ ਨਾਲੋਂ ਚੰਗਾ ਨਹੀਂ ਜਿਹੜਾ ਵੰਡਦਾ ਹੈ। ਰਾਜਨ ਕੇ ਰਾਜਾ ਰਾਜਨ ਕੋ ਰਾਜਾ ਮਹਾਰਾਜਨ ਕੋ ਮਹਾਰਾਜਾ, ਐਸੋ ਰਾਜ ਛੋੜੇ ਔਰ ਦੂਜਾ ਕੌਣ ਧਿਆਈਏ। ਜਿਹੜਾ ਰਾਜਿਆਂ ਦਾ ਰਾਜਾ ਹੈ, ਵੱਡੇ ਵੱਡੇ ਮਹਾਰਾਜਿਆਂ ਦਾ ਮਹਾਰਾਜਾ ਹੈ, ਚੱਕਰਵਰਤੀ ਪਾਤਸ਼ਾਹ ਦਾ ਵੀ ਜਿਹੜਾ ਪਾਤਸ਼ਾਹ ਹੈ, ਉਹ ਪ੍ਰਕਾਸ਼ ਰੂਪ ਵਾਹਿਗੁਰੂ ਨੂੰ ਛੱਡ ਕੇ ਫਿਰ ਦੂਜੇ ਨੂੰ ਕਿਉਂ ਧਿਆਉਣਾ? ਹੋਰ ਕਿਸੇ ਦੀ ਸ਼ਰਨ ਕਿਉਂ ਪੈਣਾ? ਕਹਿੰਦੇ ਵੀ ਜਦੋਂ ਆਪਣੇ ਘਰ ਵਿੱਚ ਸਾਰਾ ਕੁਝ ਹੋਵੇ, ਫਿਰ ਗਵਾਂਢੀਆਂ ਕੋ ਮੰਗਣ ਜਾਈਏ ਤੇ ਲਾਮਾ ਮਿਲਦਾ ਵੀ ਤੁਹਾਡੇ ਘਰੇ ਹੈਗਾ, ਸਾਡੇ ਘਰੋਂ ਕਿਉਂ ਮੰਗਦੇ ਹੋ? ਜਿਹੜੀ ਚੀਜ਼ ਆਪਣੇ ਘਰੇ ਹੋਵੇ ਨਾ, ਉਹ ਕਿਸੇ ਕੋ ਜਦੋਂ ਮੰਗੀਏ ਫਿਰ ਲਾਮਾ ਮਿਲਦਾ ਹੈ। ਇਸ ਤਰ੍ਹਾਂ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਹੈ। ਸਾਨੂੰ ਕੀ ਲੋੜ ਹੈ ਕਿਸੇ ਦੇ ਦਰ 'ਤੇ ਜਾਣ ਦੀ? ਇਹ ਰਾਜਨੀਤਿਕ ਲੋਕ, ਇਹ ਬੇਈਮਾਨਾਂ ਨੇ ਕੰਮ ਵਿਗਾੜਿਆ ਵੀ ਪਖੰਡੀਆਂ ਨੂੰ ਇਹਨਾਂ ਨੇ ਮਸ਼ਹੂਰ ਕੀਤਾ ਹੈ। ਕੋਈ ਵੀ ਪਾਰਟੀ ਹੈ, ਉਹ ਸਾਰੇ ਇਹ ਪਖੰਡੀਆਂ ਦੇ ਡੇਰੇ ਜਾ ਕੇ ਲੋਕਾਂ ਨੂੰ ਵੀ ਭਰਮਾਉਂਦੇ ਹਨ, ਅਤੇ ਲੋਕ ਵਿਚਾਰੇ ਭਰਮਦੇ ਨੇ। ਪਰ ਤੁਸੀਂ ਗੁਰੂ ਨਾਨਕ ਸਾਹਿਬ ਦਾ ਲੜ ਫੜੋ, ਗੁਰੂ ਨਾਨਕ ਮਹਾਰਾਜ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦੇਣਗੇ। ਗੁਰੂ ਅਰਜਨ ਦੇਵ ਸਾਹਿਬ ਬਾਣੀ ਦੀ ਸਮਾਪਤੀ ਕਰਦਿਆਂ ਕਹਿੰਦੇ ਨੇ, ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ। ਸਭ ਮੁਕਤੀਆਂ ਉਦਣ, ਸਾਰੇ ਸੁੱਖ ਉਦਣ, ਸਾਰੇ ਆਨੰਦ ਉਦਣ ਹੀ ਮਿਲ ਜਾਣਗੇ ਜਿੱਦਣ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਹਰੀ ਦਾ ਰੂਪ ਜਾਣ ਕੇ ਤਨੋਂ ਮਨੋਂ ਪਰਸ ਲਵੋਗੇ। ਜਦੋਂ ਕਹਿ ਦੋਗੇ ਮਹਾਰਾਜ ਹੁਣ ਤੇਰੇ ਬਿਨਾਂ ਕੋਈ ਨਹੀਂ, ਸਭ ਆਨੰਦ ਮਿਲੇਗਾ। ਇਹ ਦਿਨ ਰਹਿਣ ਬਾਣੀ ਮਹਾਰਾਜ ਨੇ ਬਖਸ਼ੀ ਹੈ। ਬਾਣੀ ਦਾ ਨਾਮ ਹੈ, ਨਾਮ ਦਾ ਮਹਾਤਮ ਹੈ, ਮੁਕਤੀ ਦੇ ਦੇਣ ਵਾਲੀ ਬਾਣੀ ਹੈ। ਵਿਚਾਰ ਕਰਦੇ ਅਨੇਕਾਂ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਦੇ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ, ਬਖਸ਼ ਲੈਣਾ। ਨਾਨਕ ਇਹੋ ਸੁਭਾਉ, ਸਰਬ ਕਲਿਆਣਾ ਤਿਤ ਦਿਨ ਹਰਿ ਪਰਸੀ ਗੁਰ ਕੀ ਪਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।